ਪ੍ਰੋਗਰਾਮ ਹਮਦਰਦ ਪੈਸਾ ਧੇਲਾ 'ਚ ਤੁਹਾਡਾ ਸਵਾਗਤ ਹੈ ਜੀ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਤੁਹਾਡੇ ਨਾਲ ਜਿਹੜੀਆਂ ਡਿਸਕਸ਼ਨ ਕਰਨ ਜਾ ਰਹੇ ਹਾਂ ਜੀ, ਤੁਹਾਡੇ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੀ। ਉਹਦੇ 'ਚ ਬਹੁਤਾ ਇਹ ਹੈ ਕਿ ਹੋਪਫੁਲੀ ਕੋਵਿਡ ਜਾ ਰਿਹਾ ਅਤੇ ਵੈਕਸੀਨ ਲੋਕਾਂ ਨੂੰ ਲੱਗਣ ਲੱਗ ਪਏ ਨੇ ਅਤੇ ਸ਼ਾਇਦ ਸੈਕਿੰਡ ਡੋਜ਼ ਵੀ ਬੜੀ ਛੇਤੀ ਲੱਗਣ ਦੇ ਆਸਾਰ ਬਣਦੇ ਜਾ ਰਹੇ ਨੇ। ਕੋਵਿਡ ਤੋਂ ਬਾਅਦ ਕੀ ਹੋਵੇਗਾ? ਸਰਵ ਬੰਦ ਹੋ ਜਾਏਗਾ, ਇਹਦੇ ਨਾਲ ਦੇਖਣਾ ਪਵੇਗਾ। ਬਿਜ਼ਨਸਿਸ ਨਵੇਂ ਖੁੱਲ੍ਹਣ ਵਾਸਤੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਪਵੇਗਾ, ਕਿਵੇਂ ਚਲਾਉਣੇ ਹੈਗੇ ਨੇ, ਇਹਨਾਂ ਸਾਰੀਆਂ ਗੱਲਾਂ ਬਾਰੇ ਅਤੇ ਹੋਰ ਜਿਹੜੀਆਂ ਤੁਹਾਡੇ ਪੈਸੇ ਧੇਲੇ ਨਾਲ ਕੋਈ ਵੀ ਸੰਬੰਧਿਤ ਗੱਲ ਹੈਗੀ ਹੈ, ਅਸੀਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਜੀ ਸਰਦਾਰ ਅਰਵਿੰਦਰ ਸਿੰਘ ਜੀ ਕਲਸੀ ਨਾਲ। ਕਲਸੀ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। थैंक यू नाथ साहब और तमाम व्यूअर्स ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ ਜੀ। ਪਹਿਲਾਂ ਉਹ ਦੱਸੋ ਜੀ, ਤੁਹਾਡੀ ਸਿਹਤ ਕਿਵੇਂ ਹੈ? ਬੜਾ ਸ਼ੁਕਰ ਹੈ ਜੀ, ਬੜੀਆਂ ਦੁਆਵਾਂ ਹੈ ਸਾਰੇ ਲੋਕਾਂ ਦੀਆਂ, ਸਾਡੇ ਭਾਈਚਾਰੇ ਦੀਆਂ। ਸੋ ਥੈਂਕਸ ਵੈਰੀ ਮਚ ਫॉर ਆਸਕਿੰਗ। ਦੈਟਸ ਵੈਰੀ ਗੁੱਡ ਜੀ, ਗੁੱਡ ਟੂ ਹੀਅਰ ਦੈਟ। ਜਿਵੇਂ ਮੈਂ ਸ਼ੁਰੂ 'ਚ ਗੱਲ ਕੀਤੀ ਕਿ ਕੋਵਿਡ ਜੇ ਪਰਮਾਤਮਾ ਦੀ ਮਿਹਰ ਰਹੀ ਤਾਂ ਚਾਂਸਸ ਹੈ ਕਿ ਕੋਵਿਡ ਜਾ ਰਿਹਾ ਹੈ, ਔਰ ਜੇ ਜਾ ਰਿਹਾ ਤਾਂ ਇਸ ਤੋਂ ਮਗਰੋਂ ਸਾਨੂੰ ਬਹੁਤ ਚੈਲੰਜਸ ਆਉਣਗੇ। ਪਹਿਲੀ ਗੱਲ ਤਾਂ ਇਹ ਕਿਵੇਂ, ਪਹਿਲਾਂ ਆਪਾਂ ਬਿਜ਼ਨਸਿਸ ਦੀ ਗੱਲ ਕਰ ਲੈਂਦੇ ਹਾਂ ਕਿ ਬਿਜ਼ਨਸ ਦੇ ਉੱਤੇ ਕੀ ਇਫੈਕਟ ਪਏਗਾ। ਜਿਹੜੇ ਬਿਜ਼ਨਸਿਸ ਹੁਣ ਬੰਦ ਪਏ ਨੇ ਉਹ ਦੁਬਾਰੇ ਖੁੱਲ੍ਹਣੇ ਨੇ, ਕਈ ਖੁੱਲ੍ਹਣਗੇ, ਕਈ ਹੋ ਸਕਦਾ ਕਈ ਵਿਚਾਰੇ ਨਾ ਖੁੱਲ੍ਹ ਸਕਣ। ਬਿਜ਼ਨਸ ਦੇ ਉੱਤੇ ਕਿਵੇਂ ਇਫੈਕਟ ਪਏਗਾ ਜੀ? ਨਾਥ ਸਾਹਿਬ ਇਸ ਤਰ੍ਹਾਂ ਹੈਗਾ ਕਿਉਂਕਿ ਹੁਣ ਆਲਮੋਸਟ 1.25 ਸਾਲ ਹੋ ਗਿਆ ਬਿਜ਼ਨਸ ਨੂੰ ਬੰਦ ਹੋਏ। ਸਾਡੀ ਗਵਰਨਮੈਂਟ ਜਿੰਨਾ ਵੀ ਸਾਨੂੰ ਏਡ ਦੇ ਸਕਦੀ ਸੀ ਕਿ ਤਾਂ ਕਿ ਸਾਡੇ ਕੰਮਕਾਰ ਚੱਲਦੇ ਰਹਿਣ, ਉਹਨਾਂ ਨੇ ਹਰ ਮੁਮਕਿਨ ਕੋਸ਼ਿਸ਼ ਕੀਤੀ ਹੈ। ਪਰ ਇੱਕ ਗੱਲ ਤੇ ਆਪਾਂ ਸਮਝ ਲਈਏ ਕਿ ਜੇ ਮੰਨ ਲਓ ਮੇਰਾ ਇੱਕ ਰੈਸਟੋਰੈਂਟ ਹੈ ਤੇ ਮੈਨੂੰ ਸਰਕਾਰ ਭਾਵੇਂ $1 ਮਿਲੀਅਨ ਦੇ ਦੇ, ਉਹ $1 ਮਿਲੀਅਨ ਮੇਰੇ ਕਿਸੇ ਕੰਮ ਦਾ ਨਹੀਂ ਹੈ ਜਿੰਨੀ ਦੇਰ ਮੇਰੇ ਕੋਲ ਗਾਹਕ ਨਹੀਂ ਹੈਗਾ। ਬਿਲਕੁਲ। ਜੇ ਮੈਂ ਕੁਝ ਬਣਾਵਾਂਗਾ ਤੇ ਵੇਚਾਂਗਾ ਤੇ ਉਹ ਚੋਂ ਪ੍ਰੋਫਿਟ ਕੱਢਾਂਗਾ। ਜੇ ਮੈਂ ਪ੍ਰੋਫਿਟ ਕੱਢਾਂਗਾ ਤਾਂ ਫਿਰ ਮੈਂ ਪੈਸੇ ਵਾਪਸ ਵੀ ਕਰ ਸਕਾਂਗਾ ਜੇ ਮੈਂ ਕਿਸੇ ਕੋਲ ਉਧਾਰ ਲਏ। ਸੋ ਇਹ ਸਾਰੇ ਦੌਰਾਨ ਦੇ ਵਿੱਚ ਕੀ ਹੋਇਆ ਹੈ ਕਿ ਅਸੀਂ ਲੋਕ ਬੜੀ ਮਜਬੂਰੀ 'ਚ, ਇਹ ਨਹੀਂ ਹੈ ਕਿ ਜਾਣਬੁੱਝ ਕੇ ਕਿਸੇ ਨੇ ਕੀਤਾ ਹੈ, ਪਰ ਮਜਬੂਰੀ ਦੇ ਹਾਲਾਤ ਐਸੇ ਬਣ ਗਏ ਨੇ ਕਿ ਕੰਮ ਨਾ ਕਿ ਚੱਲਦੇ ਬਿਲਕੁਲ ਠੱਲ ਗਏ ਨੇ, ਬੰਦ ਹੋਏ ਪਏ। ਸੋ ਇਹਨਾਂ ਨੂੰ ਕਿਕ ਸਟਾਰਟ ਕਰਨ ਲਈ ਇੱਕ ਫੇਰ ਸਾਨੂੰ ਬੜਾ ਵੱਡਾ ਧੱਕਾ ਚਾਹੀਦਾ ਹੈ। ਧੱਕੇ ਤੋਂ ਭਾਵ ਇਹ ਹੈ ਕਿ ਸਾਡੇ ਕੋਲ ਇਨਫਰਾਸਟ੍ਰਕਚਰ ਚਾਹੀਦਾ ਹੈ, ਸਾਡੇ ਕੋਲ ਪੈਸਾ ਚਾਹੀਦਾ, ਸਾਡੇ ਕੋਲ ਲੇਬਰ ਚਾਹੀਦੀ ਹੈ, ਸਾਡੇ ਕੋਲ ਫਿਰ ਉਹ ਮਾਈਂਡ ਸੈਟ ਚਾਹੀਦਾ। ਅਨਫੋਰਚੁਨੇਟਲੀ ਜਿਹੜੇ ਨਵੇਂ ਸਟੈਟਸ ਆਏ ਨੇ ਉਹ ਇਹ ਕਹਿੰਦੇ ਨੇ ਕਿ ਕੈਨੇਡਾ 'ਚ ਹਰ 50 ਬੰਦਿਆਂ ਚੋਂ ਬਾਅਦ ਇੱਕ ਬੰਦਾ ਜਿਹੜਾ ਮੈਂਟਲੀ ਡਿਸਟਰਬਡ। ਯਾਨੀ ਸਾਡੇ ਕੋਲ ਸਾਈਕੋਲੋਜੀਕਲੀ ਇੱਕ ਫਿਜ਼ੀਕਲ ਹੈ, ਇੱਕ ਸਾਈਕੋਲੋਜੀਕਲੀ ਜਿਹੜਾ ਇਫੈਕਟ ਹੈ ਏਡਾ ਵੱਡਾ ਹੈ। ਸੋ ਜੇ ਅਸੀਂ 5 ਚੋਂ ਇੱਕ ਬੰਦਾ ਲੱਭੀਏ ਤੇ 20% ਹੋ ਜਾਂਦਾ ਹੈ ਕਿ 20% ਲੋਕ ਇਸ ਵੇਲੇ ਬਿਮਾਰ ਨੇ ਦਿਮਾਗੀ ਤੌਰ ਤੇ। ਕਿਉਂ? ਉਹ ਬਿਮਾਰੀ ਕੀ ਹੈ? ਲੋਨਲੀਨੈਸ ਦੀ ਬਿਮਾਰੀ ਕੀ ਹੈ? ਡਿਪਰੈਸ਼ਨ ਦੀ ਬਿਮਾਰੀ ਕੀ ਹੈਗੀ ਹੈ? ਐਂਜ਼ਾਈਟੀ ਦੀ। ਹੁਣ ਕੀ ਬਣੇਗਾ? ਠੀਕ ਹੈ। ਸੋ ਇਸ ਵਜ੍ਹਾ ਕਰਕੇ ਜਿਹੜਾ ਤੁਸੀਂ ਸਵਾਲ ਮੈਨੂੰ ਪੁੱਛਿਆ ਕਾਰੋਬਾਰ ਵਾਸਤੇ, ਇਹ ਯਕੀਨ ਕਰਨਾ ਇੱਕ ਬੜਾ ਵੱਡਾ ਚੈਲੰਜ ਹੋਏਗਾ ਹਰ ਇੰਡੀਵਿਜੂਅਲ ਨੂੰ, ਉਹਦੇ ਬੇਸ ਤੇ ਕਿ ਉਹਦਾ ਮਾਈਂਡ ਫਰੇਮ ਕਿਹੋ ਜਿਹਾ ਹੈ, ਉਹਨੇ ਕਿਸ ਤਰ੍ਹਾਂ ਆਪਣੇ ਆਪ ਨੂੰ ਹੈਂਡਲ ਕੀਤਾ ਹੈ, ਕਿਵੇਂ ਨਹੀਂ ਕੀਤਾ। ਇਹਦੇ ਪਿੱਛੇ ਕਈ ਵਾਰੀ ਇੱਕ ਸਵਾਲ ਖੜਾ ਹੁੰਦਾ ਹੈ ਕਿ ਦੇਖੋ ਗਵਰਨਮੈਂਟਾਂ ਨੇ ਤਾਂ ਤੁਹਾਨੂੰ ਇੰਨਾ ਪੈਸਾ ਦਿੱਤਾ, ਫਿਰ ਤੁਸੀਂ ਕਿਉਂ ਰੋਂਦੇ ਪਏ ਹੋ? ਗੱਲ ਪੈਸੇ ਦੀ ਨਹੀਂ ਹੈਗੀ। ਪੈਸਾ ਤੇ ਤੁਸੀਂ ਮੈਨੂੰ ਕਿਸੇ ਨੂੰ ਦੇ ਦਿਓ। ਇੱਕ ਪੰਜਾਬੀ ਦੀ ਕਹਾਵਤ ਹੈ, ਤੁਹਾਨੂੰ ਪਤਾ ਹੈ ਕਿ ਜਿਹਦੀ ਜੇਬ 'ਚ ਦਾਣੇ ਉਹਦੇ ਕਮਲੇ ਵੀ ਸਿਆਣੇ, ਕਹਿੰਦੇ ਨਾ। ਬਿਲਕੁਲ। ਉਹਦਾ ਮਤਲਬ ਇਹ ਹੁੰਦਾ ਹੈ ਕਿ ਜੇ ਚੱਲਦੇ ਕਾਰੋਬਾਰ 'ਚ ਪੈਸਾ ਪੂਸਾ ਜਿਹਦੇ ਕੋਲ ਵੀ ਹੁੰਦਾ ਨਾ, ਹੀ ਇਜ਼ ਵੈਰੀ ਸਮਾਰਟ। ਪਰ ਇੱਥੇ ਇਸ ਵੇਲੇ ਸਮਾਰਟ ਲੋਕ ਜਿਹੜੇ ਹੈ ਉਹ ਸਿਕਨੈਸ 'ਚ ਚਲੇ ਗਏ ਨੇ, ਬੜੀ ਬੁਰੀ ਹਾਲਤ ਹੈ। ਅੱਛਾ, ਹੁਣ ਦੂਸਰੇ ਬੰਨੇ ਚੈਲੰਜ ਇਹ ਹੈ ਕਿ ਅੱਜ ਮੈਂ ਕਾਰੋਬਾਰ ਖੋਲ੍ਹਣਾ, ਕੱਲ ਮੇਰੇ ਕੋਲ 20 ਬੰਦੇ ਸੀ ਕੰਮ ਕਰਨ ਵਾਲੇ। ਪਹਿਲੀ ਗੱਲ ਤੇ ਮੈਨੂੰ ਇਹ ਦੇਖਣਾ ਪੈਣਾ ਮੈਨ ਪਾਵਰ ਹੈ ਕਿ ਨਹੀਂ ਹੈ, ਕੀ ਮੇਰੇ ਕੋਲ ਲੋਕ ਲੱਭਦੇ ਆ। ਸੈਕੰਡਲੀ, ਜੇ ਮੈਨ ਪਾਵਰ ਹੈਗੀ ਹੈ ਤੇ ਅਗਲੇ ਨੇ ਦੇਖਣਾ ਕਿ ਕੀ ਮੇਰੇ ਕੋਲ ਪ੍ਰੋਡਕਸ਼ਨ ਫੈਸਿਲਿਟੀ ਹੈ ਕਿ ਮੈਂ ਇੰਨੇ ਬੰਦੇ ਨੂੰ ਰੱਖ ਕੇ ਕੰਮ ਚਲਾ ਸਕਾਂ। ਸੋ ਕਹਿਣ ਦਾ ਮਤਲਬ ਇਹ ਦੋਵੇਂ ਬੰਨੇ ਇੱਕ ਬੜਾ ਵੱਡਾ ਚੈਲੰਜ ਹੋਣਾ ਹੈ, ਲੇਬਰ ਪੁਆਇੰਟ ਆਫ ਵਿਊ ਨਾਲ ਵੀ ਤੇ ਇੰਡਸਟਰੀ ਨੂੰ ਫਿਰ ਗੇਅਰ ਅਪ ਕਰਕੇ ਚਲਾਉਣ ਦੇ ਵਾਸਤੇ ਵੀ। ਸੋ ਇਟਸ ਅ ਹਿਊਜ ਚੈਲੰਜ। ਮੈਂ ਤੇ ਸਿਰਫ ਇੰਨਾ ਹੀ ਕਹਿ ਸਕਦਾ ਹੈ ਕਿ ਇਹ ਜਿਹੜਾ ਚੈਲੰਜ ਹੈ ਇਹਦੇ ਲਈ ਹੁਣ ਸਾਨੂੰ ਤਿਆਰ ਹੋਣ ਦੀ ਲੋੜ ਹੈ। ਤਿਆਰ ਦਾ ਮਤਲਬ ਮੈਂਟਲੀ ਵੀ, ਫਿਜ਼ੀਕਲੀ ਵੀ ਐਂਡ ਇਮੋਸ਼ਨਲੀ। ਤੇ ਜੇ ਅਸੀਂ ਇਹ ਸਾਰੀਆਂ ਤਿਆਰੀਆਂ ਕਰਾਂਗੇ ਤੇ ਮੈਂ ਉਮੀਦ ਕਰਨਾ ਹੈ ਕਿ ਅਸੀਂ ਫਿਰ ਸ਼ਾਇਦ ਇਸ ਹਮਲਾ ਮਾਰ ਕੇ ਇਹਦੇ ਵਿੱਚੋਂ ਨਿਕਲ ਸਕੀਏ। ਮੈਂ ਥੋੜ੍ਹੀ ਜਿਹੀ ਰੈਸਟੋਰੈਂਟ ਇੰਡਸਟਰੀ ਬਾਰੇ ਗੱਲ ਕਰਾਂਗਾ ਕਿ ਨਿਊਜ਼ ਦੇਖਦੇ ਹਾਂ ਜੀ, ਜਿਹੜੀਆਂ ਮੇਨ ਸਟਰੀਮ 'ਤੇ ਨਿਊਜ਼ ਆਉਂਦੀਆਂ ਨੇ, ਕਈ ਵਾਰੀ ਉਹ ਸਿਟੀ ਦੀ ਜਿਹੜੀ ਵਿੱਚ ਵੀਡੀਓਜ਼ ਦਿਖਾਉਂਦੇ ਨੇ, ਆਪਣੇ ਤੋਂ ਜ਼ਿਆਦਾ ਹੁੰਦਾ ਨਹੀਂ ਹੈ। ਉਹ 'ਚ ਕਈ ਇਸ ਤਰ੍ਹਾਂ ਲੱਗਦਾ ਕਈ ਜਗ੍ਹਾ 'ਤੇ ਜਿਹੜੀ ਮੈਂ ਟੋਰੰਟੋ ਦੀ ਗੱਲ ਕਰਦਾ ਕਿ ਜਿਹੜੀਆਂ ਮੇਨ ਰੋਡਸ ਕਈ ਥਾਵਾਂ ਦੇ ਉੱਤੇ ਨੇ ਉਹਨੂੰ ਬਲੌਕ ਕਰਨ ਲੱਗੇ, ਉਹਨੇ ਕੁਛ ਬਲਾਕ ਨੂੰ ਬਲੌਕ ਕਰਨ ਲੱਗੇ ਨੇ ਕਿ ਜਿਵੇਂ ਰੈਸਟੋਰੈਂਟ ਦੇ ਬਾਹਰਲੇ ਪਾਸੇ
ਰੋਡ ਦਾ ਅੱਧਾ ਹਿੱਸਾ ਰੱਖ ਕੇ ਉੱਥੇ ਰੈਸਟੋਰੈਂਟਸ ਦੀ ਜਿਵੇਂ ਤਿਆਰੀ ਹੋਣ ਲੱਗੀ ਹੋਈ ਹੈ। ਕਈ ਐਸਾ ਕੁਛ ਸਿਟੀ ਨੇ ਵੀ ਸ਼ੁਰੂ ਕੀਤਾ ਹੈ ਔਰ ਮੇਰੇ ਖਿਆਲ ਰੈਸਟੋਰੈਂਟਸ ਨੂੰ ਵੀ ਅਲਾਉ ਕਰਨ ਲੱਗੇ ਹੋਏ ਵੀ ਕਿਸੇ ਨਾ ਕਿਸੇ ਹਿਸਾਬ ਦੇ ਵਿੱਚ ਕਿਕ ਸਟਾਰਟ ਹੋਵੇ, ਲੋਕ ਬਾਹਰ ਜਾ ਕੇ ਹੀ ਖਾ ਸਕਣ ਜੇ ਅੰਦਰ ਬੈਠ ਕੇ ਨਹੀਂ ਖਾ ਸਕਦੇ। ਅਤੇ ਜਿਹੜੇ ਲੋਕਾਂ ਕੋਲ ਮੰਨ ਲਓ ਇਸ ਤਰ੍ਹਾਂ ਦੇ ਰੈਸਟੋਰੈਂਟਸ ਹੈਗੇ ਨੇ, ਤੁਹਾਡੇ ਦਿਮਾਗ 'ਚ ਤੁਸੀਂ ਕੀ ਸੁਜੈਸਟ ਕਰੋਗੇ ਕਿ ਉਹਨਾਂ ਨੂੰ ਕਿਵੇਂ ਇਸ ਚੀਜ਼ ਨੂੰ ਮੰਨ ਲਓ ਸਿਟੀ ਅਲਾਉ ਕਰ ਦਿੰਦੀ ਹੈ, ਆਪਣੀ ਈਵਨ ਪ੍ਰੋਵਿੰਸ਼ੀਅਲ ਗਵਰਨਮੈਂਟ ਅਲਾਉ ਕਰ ਦਿੰਦੀ ਹੈ, ਤਾਂ ਉਹ ਕੀ ਕੁਛ ਕਰ ਸਕਦੇ ਨੇ? ਉਹਨਾਂ ਨੂੰ ਮੇਰੇ ਖਿਆਲ ਨਵੀਂ ਲੇਬਰ ਵੀ ਹਾਇਰ ਕਰਨੀ ਪਵੇਗੀ, ਬਹੁਤ ਕੁਛ ਕਰਨਾ ਪਵੇਗਾ। ਤੁਸੀਂ ਕੀ ਸੁਜੈਸ਼ਨ ਦਿਓਗੇ ਇਹੋ ਜਿਹੇ ਲੋਕਾਂ ਵਾਸਤੇ? ਨਟ ਸਾਹਿਬ ਮੈਂ ਉਹਦੇ 'ਚ ਇਹ ਕਹਾਂਗਾ, ਕਿਉਂਕਿ ਜਿਹੜਾ ਹਿਊਮਨ ਬੀਇੰਗ ਹੈ ਨਾ, ਇਹ ਸੋਸ਼ਲ ਐਨੀਮਲ ਹੈ। ਸੋਸ਼ਲ ਐਨੀਮਲ ਤੋਂ ਭਾਵ ਇਹ ਕਿ ਸਾਨੂੰ ਇੱਕ ਦੂਜੇ ਨੂੰ ਟੱਚ ਕਰਨ 'ਚ ਬੜੀ ਇੱਕ ਜਿਹਨੂੰ ਕਹਿੰਦੇ ਨਾ ਮਨ ਨੂੰ ਸ਼ਾਂਤੀ ਮਿਲਦੀ, ਸਕੂਨ ਮਿਲਦਾ ਹੈ। ਇਸੇ ਤਰ੍ਹਾਂ ਇੱਕ ਦੂਜੇ ਨੂੰ ਜੱਫੀ ਪਾ ਕੇ ਬੜਾ ਸਕੂਨ ਮਿਲਦਾ ਜਦੋਂ ਅਸੀਂ ਆਪਸ 'ਚ ਮਿਲਦੇ ਹਾਂ, ਜੱਫੀ ਪਾਈ ਦੀ ਹੈ। ਉਹਦੇ ਨਾਲ ਕੀ ਹੈ ਕਿ ਤੁਹਾਡੀਆਂ ਜਿਹੜੀ ਐਂਟੀਬਾਡੀਜ਼ ਹੈ ਨਾ ਆਟੋਮੈਟਿਕਲੀ ਬਾਡੀ 'ਚ ਬਣਦੀ ਹੈ, ਯਾਨੀ ਤੁਹਾਡੀ ਬਾਡੀ ਸਟਰੋਂਗ ਹੁੰਦੀ ਹੈ। ਹੁਣ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਆਲਮੋਸਟ 1.25 ਸਾਲ ਤੋਂ ਵਾਂਝੇ ਹਾਂ। ਅੱਛਾ, ਜਿਹੜਾ ਇਹ ਉਹਨਾਂ ਦਾ ਪਲਾਨ ਹੈ, ਆਈ ਥਿੰਕ ਇਟਸ ਅ ਬ੍ਰਿਲੀਅੰਟ ਵਨ, ਤਾਂ ਕਿ ਲੋਕਾਂ 'ਚ ਇੱਕ ਆਤਮ ਵਿਸ਼ਵਾਸ ਪੈਦਾ ਹੋਵੇ, ਲੋਕਾਂ ਨੂੰ ਮਹਿਸੂਸ ਹੋਵੇ ਕਿ ਅਸੀਂ ਲਾਈਵ ਹਾਂ, ਅਸੀਂ ਜ਼ਿੰਦਾ ਹਾਂ। ਇਹ ਨਾ ਉਹਨਾਂ ਨੂੰ ਮਹਿਸੂਸ ਹੋਵੇ ਕਿ ਪਤਾ ਨਹੀਂ ਅਸੀਂ ਐਵੇਂ ਗੁਆਚੇ ਫਿਰਦੇ ਪਏ ਹਾਂ। ਆਪਾਂ ਗੁਆਚੇ ਨਹੀਂ ਫਿਰ ਰਹੇ। ਆਈ ਥਿੰਕ ਇਟਸ ਅ ਬਿਊਟੀਫੁਲ ਨਵਾਂ ਇੱਕ ਸਮਝੋ ਐਕਸਪੈਰੀਮੈਂਟ ਹੈ, ਪਰ ਜੇ ਐਕਸਪੈਰੀਮੈਂਟ ਕਰਦਾ ਹੈ ਤੇ ਉਹਦੇ ਨਾਲ ਲੋਕਾਂ ਦੇ ਵਿੱਚ ਇੱਕ ਆਤਮ ਵਿਸ਼ਵਾਸ ਪੈਦਾ ਹੋਏਗਾ ਕਿ ਐਵਰੀਥਿੰਗ ਇਜ਼ ਗੋਇੰ ਟੂ ਬੀ ਗੁੱਡ, ਤਾਂ ਕਿ ਅਸੀਂ ਥੋੜਾ ਚਾਂਸ ਲੈ ਕੇ ਬਾਹਰ ਨਿਕਲ ਸਕੀਏ। ਤੁਸੀਂ ਸਾਹਿਬ, ਵੈਕਸੀਨ ਨੋ ਮੈਟਰ ਵਾਟ, ਅਗਲੇ ਜਿਵੇਂ ਸਰਕਾਰਾਂ ਕਹਿ ਰਹੀਆਂ ਨੇ ਅਗਲੇ ਮੇਰੇ ਖਿਆਲ 8 ਹਫ਼ਤੇ ਵਿੱਚ ਸੈਕੰਡ ਡੋਜ਼ ਦੇ ਚਾਂਸਿਸ ਸ਼ੁਰੂ ਨੇ, ਐਂਡ ਸੈਪਟੰਬਰ ਤੱਕ ਲੱਗਦਾ ਵੀ ਸਾਰਿਆਂ ਨੂੰ, ਸਾਰੇ ਐਡਲਟਸ ਨੂੰ ਸੈਕੰਡ ਡੋਜ਼ ਵੀ ਲੱਗ ਜਾਵੇਗੀ। ਜੋ ਸੈਕੰਡ ਡੋਜ਼ ਲੱਗ ਜਾਂਦੀ ਆ, ਕੀ ਇਜ਼ ਇਟ ਟੋਟਲੀ ਸੇਫ? ਕਿ ਇਟਸ ਗੋਇੰ ਟੂ ਬੀ ਨਾਰਮਲ ਦ ਵੇ ਇਟ ਵਾਜ਼ ਸੇ 15 months ago, 20 months ago, ਜਾਂ ਕੁਝ ਫਰਕ ਰਹੇਗਾ? ਦੇਖੋ ਨਾਸਾ, ਪਹਿਲੀ ਗੱਲ ਤੇ ਮੈਂ ਡਾਕਟਰ ਨਹੀਂ ਹੈਗਾ, ਤੇ ਮੈਂ ਡਿਸਕਲੇਮਰ ਪਹਿਲਾਂ ਸਾਰਿਆਂ ਨੂੰ ਹੱਥ ਜੋੜ ਕੇ ਲੈ ਲਾਂ ਕਿ ਮੈਂ ਇਹ ਨਾ ਸੋਚਣਾ ਮੈਂ ਡਾਕਟਰ ਹਾਂ, ਪਰ ਅਸੀਂ ਬੁੱਧੀਜੀਵੀ ਹਾਂ। ਬੁੱਧੀਜੀਵੀ ਦਾ ਮਤਲਬ ਅਸੀਂ ਦੁਨੀਆ ਦੇਖਦੇ ਹਾਂ, ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਬਹੁਤ ਕੁਝ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਮੇਰਾ ਆਪਣਾ ਟੀਚਾ ਤੇ ਇਹ ਰਹਿੰਦਾ ਕਿ ਮੈਂ ਐਵਰੀ ਡੇ ਕੁਛ ਨਾ ਕੁਛ ਸਿੱਖਣਾ, ਕਿਸੇ ਕੋਲੋਂ ਵੀ ਸਿੱਖਾਂ, ਤਾਂ ਕਿ ਅਸੀਂ ਉਹ ਗੱਲਾਂ ਆਪਣੇ ਭਾਈਚਾਰੇ ਦੱਸ ਸਕੀਏ। ਦੇਖੋ, ਮੇਰਾ ਆਪਣਾ ਮੰਨਣਾ ਇਹ ਹੈ ਕਿ ਜਿਹੜੀ ਇਹ ਵੈਕਸੀਨ ਹੈ ਨਾ, ਇਹ ਪਹਿਲੀ ਡੋਜ਼ ਲੱਗੀ ਹੈ, ਉਹਦੇ ਨਾਲ ਸਾਨੂੰ 30, 35, 40% ਚਾਂਸ ਹੈ ਕਿ ਰੱਬ ਨਾ ਕਰੇ ਜੇ ਮੈਨੂੰ ਕੋਵਿਡ ਹੋ ਜਾਏ ਤੇ ਸ਼ਾਇਦ ਮੈਨੂੰ ਰਾਈਟ ਵੇ ਐਮਰਜੈਂਸੀ ਦੇ ਵਿੱਚ ਜਾ ਕੇ ਵੈਂਟੀਲੇਟਰ ਤੇ ਨਾ ਲੱਭੇ ਪੈਣਾ ਪਵੇ। ਯਾਨੀ ਮੇਰੀ ਬਾਡੀ 'ਚ ਇੱਕ ਫਾਈਟਿੰਗ ਸਪਿਰਿਟ ਆ ਜਾਏ ਜਾਂ ਫਾਈਟਿੰਗ ਐਂਟੀਬਾਡੀਜ਼ ਆ ਜਾਣ ਜਿਹੜੀਆਂ ਉਸ ਚੀਜ਼ ਨੂੰ ਲੜ ਸਕਣ। ਫਿਰ ਆ ਜਾਏ ਦੂਸਰੀ ਡੋਜ਼। ਜਿੱਦਣ ਦੋ ਡੋਜ਼ ਲੱਗ ਗਈਆਂ, ਕਿ ਇਹ ਮੈਨੂੰ ਕਿਉਰ ਮਿਲ ਗਿਆ, ਮੈਂ ਯਕੀਨ ਨਾਲ ਕਹਿ ਸਕਦਾ ਹੈ, ਔਰ ਉੱਤੇ ਮੈਂ ਕਿਸੇ ਨਾਲ ਵੀ ਡਿਬੇਟ ਕਰਨ ਨੂੰ ਤਿਆਰ ਹਾਂ ਕਿ ਦਿਸ ਇਜ਼ ਨਾਟ ਅ ਕਿਉਰ ਨਹੀਂ ਹੈਗੀ ਕਿ ਤੁਸੀਂ ਠੀਕ ਹੋ ਗਏ ਜੀ, ਹੁਣ ਤੁਸੀਂ ਬਿਲਕੁਲ ਬੇਧਿਆਨੇ ਹੋ ਕੇ ਤੁਰੋ। ਇਹ ਇੱਕ ਕਿਸਮ ਦਾ ਤੁਹਾਡੇ ਲਈ ਪ੍ਰੀਵੈਂਸ਼ਨ ਹੈ, ਇਹ ਤੁਹਾਨੂੰ ਛੇਤੀ ਕੋਈ ਚੀਜ਼ ਨਾ ਪਕੜੇ। ਜਿਵੇਂ ਆਪਾਂ ਨੂੰ ਫਲੂ ਹੁੰਦਾ, ਅਸੀਂ ਕੋਈ ਨਾ ਕੋਈ ਘਰ 'ਚ ਬਨਸ਼ਕਾ ਪੀ ਲਈਏ, ਸੌਂਫ ਵਾਲਾ ਪਾਣੀ ਪੀ ਲਈਏ, ਚਾਹ ਪੀ ਲਈਏ, ਉਹ ਕੋਈ ਕਿਉਰ ਨਹੀਂ ਹੁੰਦਾ, ਇਟਸ ਅ ਪ੍ਰੀਵੈਂਸ਼ਨ। ਹੁਣ ਇਹ ਦੋਨੋਂ ਡੋਜ਼ ਹੈਗੀਆਂ ਪ੍ਰੀਵੈਂਸ਼ਨ। ਬਾਕੀ ਇਹਦੇ ਨਾਲ ਮੈਂ ਤਮਾਮ ਆਪਣੇ ਵਿਊਅਰਸ ਨੂੰ ਇੱਕ ਬੜੀ ਹੰਬਲ ਰਿਕੁਐਸਟ ਕਰਾਂਗਾ ਕਿ ਭਾਵੇਂ ਤੁਹਾਨੂੰ ਦੋਵੇਂ ਡੋਜ਼ ਲੱਗ ਜਾਣ, ਪਰ ਤੁਸੀਂ ਆਪਣੀ ਜਿਹੜਾ ਪਰਹੇਜ਼ ਹੈ, ਆਪਣਾ ਗਾਰਡ ਹੈ, ਉਹਨੂੰ ਡਾਊਨ ਨਾ ਕਰਨਾ। ਡਾਊਨ ਤੋਂ ਭਾਵ ਇਹ ਨਾ ਸੋਚਣਾ ਵੀ ਹੁਣ ਆਪਾਂ ਖੁੱਲੀਆਂ ਛੁੱਟੀਆਂ ਮਿਲ ਗਈਆਂ, ਟੀਕੇ ਲੱਗ ਗਏ ਨੇ ਤੇ ਜਿੱਥੇ ਮਰਜ਼ੀ ਲਾਪਰਵਾਹ ਹੋ ਜਾਈਏ, ਕਿਉਂਕਿ ਇਹ ਲਾਪਰਵਾਹੀ ਜਿਹੜੀ ਹੈ ਨਾ, ਸਾਨੂੰ ਬੜੀ ਮਹਿੰਗੀ ਪੈ ਸਕਦੀ। ਮਹਿੰਗੀ ਤੋਂ ਭਾਵ ਇਹ ਹੈ ਕਿ ਫਿਰ ਜੇ ਕੁਝ ਹੋ ਜਾਏ ਤੇ ਆਪਾਂ ਕੀ ਕਰ ਪਾਂਗੇ। ਬਿਲਕੁਲ, ਦੁਬਾਰੇ ਤੋਂ ਜੇ ਜ਼ੀਰੋ ਤੋਂ ਫੇਰ ਸ਼ੁਰੂ ਕਰਨਾ ਪਵੇ, ਇਟਸ ਗੋਇੰ ਟੂ ਬੀ ਅ ਡਿਜ਼ਾਸਟਰ ਆਈ ਗੈਸ। ਹੁਣ ਤਾਂ ਸਰਕਾਰਾਂ ਨੇ ਇੱਕ ਵਾਰੀ ਤਾਂ ਸਾਂਭ ਲਿਆ ਜੀ, ਸੈਕੰਡ ਟਾਈਮ ਮੇਰਾ ਖਿਆਲ ਨਹੀਂ ਇਟਸ ਗੋਇੰ ਟੂ ਬੀ ਦੈਟ ਈਜ਼ੀ। ਮੈਂ ਤੁਹਾਡੀ ਗੱਲ ਦੇ ਨਾਲ ਇੱਕ ਗੱਲ ਨਾਲ ਜੋੜਨ ਲੱਗਿਆ। ਕਈ ਐਸੀਆਂ ਬਿਮਾਰੀਆਂ ਹੁੰਦੀਆਂ ਨੇ, ਆਪਾਂ ਦੁਨੀਆ 'ਚ ਕਹਿੰਦੇ ਵੀ ਅਸੀਂ ਉਹ ਬਿਮਾਰੀਆਂ ਖਤਮ ਹੋ ਗਈਆਂ ਨੇ। ਮੈਂ ਪੋਲੀਓ ਦੀ ਮਾੜੀ ਜਿਹੀ ਗੱਲ ਕਰਾਂਗਾ। ਪੋਲੀਓ ਹੁਣ ਆਪਣੇ ਖਾਸ ਕਰਕੇ ਕੈਨੇਡਾ ਦੇ ਵਿੱਚ, ਈਵਨ ਇੰਡੀਆ ਵਿੱਚ ਵੀ ਬਹੁਤ ਥਾਵਾਂ ਤੋਂ ਪੋਲੀਓ ਨਹੀਂ ਹੁੰਦਾ, ਪਰ ਪੋਲੀਓ ਖਤਮ ਨਹੀਂ ਹੋਇਆ। ਕਈ ਲੋਕ ਇਹ ਸਵਾਲ ਕਰਦੇ ਨੇ ਵੀ ਪੋਲੀਓ ਦੀ ਇੱਕ ਡੋਜ਼ ਹੀ ਦਿੱਤੀ ਜਾਂਦੀ ਜਾਂ 2 ਜਾਂ 4 ਡੋਜ਼ਾਂ ਛੋਟੇ ਬੱਚੇ ਨੂੰ ਦੇ ਦਿੱਤੀਆਂ ਜਾਂਦੀਆਂ ਨੇ, ਤੇ ਉਸ ਤੋਂ ਬਾਅਦ ਇਹ ਕਿਵੇਂ ਹੋਗਾ ਕਿ ਉਸ ਬੱਚੇ ਨੂੰ ਸਾਰੀ ਉਮਰ ਪੋਲੀਓ ਨਾ ਹੋਵੇ? ਉਹਦਾ ਰੀਜ਼ਨ ਹੈ ਜੀ, ਉਹਦਾ ਰੀਜ਼ਨ ਇਹ ਹੈ ਕਿ ਪੋਲੀਓ ਕਿਸੇ ਵੀ ਵੇਲੇ ਹੋ ਸਕਦਾ। ਜ਼ਿੰਦਗੀ 'ਚ ਤੁਹਾਡੇ ਕਿਸੇ ਵੀ ਸਮੇਂ ਤੁਹਾਨੂੰ ਪੋਲੀਓ ਹੋ ਸਕਦਾ, ਪਰ ਇਹ ਗੱਲ ਇਹ ਕਿ ਬੱਚਿਆਂ ਦੇ ਵਿੱਚ ਪੋਲੀਓ ਦੀ ਦਵਾਈ ਦੇ ਕੇ
ਉਸ ਵੇਲੇ ਦਾ ਪੋਲੀਓ ਜਿਹੜਾ ਖਤਮ ਕਰ ਦਿੱਤਾ ਉਹ ਹਰਡ ਇਮਿਊਨਿਟੀ ਬਣ ਜਾਂਦੀ ਆ, ਔਰ ਉਹ ਹਰਡ ਇਮਿਊਨਿਟੀ ਕਰਕੇ ਸਾਰਿਆਂ ਦੇ ਵਿੱਚ ਉਹ ਚੀਜ਼ ਖਤਮ ਹੋ ਗਈ ਹੈ, ਇਸ ਕਰਕੇ ਪੋਲੀਓ ਨਹੀਂ ਹੁੰਦਾ। ਔਰ ਇਹੀ ਮੇਰਾ ਖਿਆਲ ਹੈ ਜੇ ਆਪਣੀ ਹਰਡ ਇਮਿਊਨਿਟੀ ਬਣ ਜਾਂਦੀ ਹੈ ਕੋਵਿਡ ਦੇ ਨਾਲ, ਜਿਹੜੀ ਵੈਕਸੀਨ ਲੱਗਦੀ ਹੈ, ਤਾਂ ਫਿਰ ਸ਼ਾਇਦ ਜ਼ਰੂਰ ਜਾਂ ਸਾਲ 2 ਸਾਲ ਤੋਂ ਬਾਅਦ ਸਾਨੂੰ ਹੋ ਸਕਦਾ ਅਸੀਂ ਆਪਣੀ ਜ਼ਿੰਦਗੀ ਬਿਲਕੁਲ ਉਵੇਂ ਜਿਉ ਸਕੀਏ। ਤੁਹਾਨੂੰ ਕਿਵੇਂ ਲੱਗਦਾ? ਮੈਨੂੰ ਤੇ ਇਹ ਲੱਗਦਾ, ਮੈਂ ਜੇ ਮੇਰੇ ਵੱਲ ਮੈਂ ਆਪਟੀਮਿਸਟਿਕ ਮੈਂ ਬੜਾ, ਆਮ ਨਾਟ ਅ ਪੈਸਿਮਿਸਟਿਕ, ਕਿ ਮੈਂ ਇਹ ਨਹੀਂ ਆਸ਼ਾਵਾਨ ਨਹੀਂ ਆ, ਆਸ਼ਾਵਾਦੀ ਹੈ। ਹਾਂਜੀ, ਆਸ਼ਾਵਾਦੀ ਮੈਂ ਇਹ ਕਹਿੰਦਾ ਕਿ ਜੇ ਅਸੀਂ ਇਹ ਟੀਕੇ ਲੱਗਣ ਤੋਂ ਬਾਅਦ ਘੱਟੋ ਘੱਟ 2-3 ਸਾਲ ਆਪਣੇ ਆਪ ਨੂੰ ਬੜਾ ਮਜ਼ਬੂਤ ਰੱਖਿਆ ਨਾ, ਤੇ ਸ਼ਾਇਦ 4-5 ਸਾਲ ਬਾਅਦ ਫਿਰ ਸਾਡੀ ਲਾਈਫ ਉਂਝ ਹੀ ਹੋਵੇ ਜਿਵੇਂ ਪਹਿਲਾਂ ਸੀਗੀ। ਕਿਉਂਕਿ ਦੇਖੋ ਸਭ ਤੋਂ ਵੱਡਾ ਚੈਲੰਜ ਹੁਣ ਕੀ ਹੈ, ਹੁਣ ਇੰਟਰਨੈਸ਼ਨਲ ਫਲਾਈਟਸ ਖੁੱਲਣੀਆਂ ਫਿਰ, ਠੀਕ ਹੈ ਜੀ। ਹੁਣ ਸਾਡੇ ਕੰਟਰੀ ਹੈ, ਮੰਨ ਲਓ ਅਸੀਂ ਕੈਨੇਡਾ 'ਚ ਬੈਠੇ ਹਾਂ, ਇੱਥੇ ਜਾਲੀ ਕਾਗਜ਼ ਨਹੀਂ ਬਣਦੇ। ਕਹਿਣ ਦਾ ਮਤਲਬ ਕਿ ਮੈਂ ਤੁਹਾਨੂੰ ਐਵੇਂ ਮੈਨੂੰ ਸਰਟੀਫਿਕੇਟ ਦੇ ਦਿਓ, ਕਲਸੀ ਸਾਹਿਬ ਤੁਸੀਂ ਠੀਕ ਹੋ ਜਾਓ, ਜਿੱਥੇ ਮਰਜ਼ੀ ਚੱਲ ਜਾਓ। ਪਰ ਬਾਹਰਲੇ ਥਰਡ ਵਰਲਡ ਕੰਟਰੀ ਦੇ ਵਿੱਚ ਬਹੁਤ ਐਸੀ ਜਗ੍ਹਾ ਹੈ ਜਿੱਥੇ ਕੋਈ ਟੈਸਟ ਨਹੀਂ ਹੁੰਦਾ, ਤੁਹਾਨੂੰ ਜਾਲੀ ਸਰਟੀਫਿਕੇਟ ਮਿਲ ਜਾਂਦਾ ਹੈ, ਤੁਸੀਂ ਪੈਸੇ ਦੇ ਕੇ ਲੈ ਆਉਂਦੇ ਹੋ। ਸੋ ਮੇਰਾ ਮਤਲਬ ਜਦੋਂ ਇੰਟਰਨੈਸ਼ਨਲ ਫਲਾਈਟਾਂ ਖੁੱਲਣੀਆਂ, ਹੁਣ ਅਮਰੀਕਾ ਹੀ ਹੈ, ਅਮਰੀਕਾ ਦੇ ਵਿੱਚ ਓਪਨ ਹੈ ਕਿ 25% ਲੋਕ ਕਹਿੰਦੇ ਅਸੀਂ ਟੀਕਾ ਨਹੀਂ ਲਵਾਉਣਾ। ਉਹ ਇੱਕ ਕਿਸਮ ਦੇ ਚੱਲਦੇ ਫਿਰਦੇ ਬੰਬ ਹੈ। ਉਹ ਜਿਹੜੇ 25% ਹੈ ਚੱਲਦੇ ਫਿਰਦੇ ਬੰਬ ਹੈ, ਇਸ ਲਈ ਕਿਹਾ ਹੈ ਕਿ ਉਹਨਾਂ 'ਚੋਂ ਕੋਈ ਪਤਾ ਨਹੀਂ ਕਿਹੜਾ ਕਿੱਥੋਂ ਆ ਰਿਹਾ ਕਿੱਥੋਂ ਨਹੀਂ ਆ ਰਿਹਾ। ਹੁਣ ਜਿੱਦਣ ਕੈਨੇਡਾ ਦੇ ਬਾਰਡਰ ਖੁੱਲੇ, ਮੈਂ ਤੁਹਾਨੂੰ ਗਰੰਟੀ ਕਰਨਾ ਹੈ ਕਿ ਅਮਰੀਕਾ 'ਚੋਂ ਭੀੜਾਂ ਦੀਆਂ ਭੀੜਾਂ ਕੈਨੇਡਾ ਵੱਲ ਨੂੰ ਆਉਣੀ। ਬਿਲਕੁਲ ਘੁੰਮਣ ਫਿਰ ਲੋਕ ਬੈਠੇ ਨੇ, ਤਿਆਰ ਬੈਠੇ ਹੈ। ਸੋ ਉਹਦਾ ਮਤਲਬ ਸਿਰਫ ਇਹ ਹੈ ਕਿ ਲੋਕੀ, ਜੇ ਆਪਾਂ ਪੰਜਾਬੀ ਕਹੀਏ, ਤੇ ਅੱਕੇ ਬੈਠੇ ਹੈ ਵੀ ਅਸੀਂ ਘਰੋਂ ਜਾਣਾ, ਜਿੱਥੇ ਮਰਜ਼ੀ ਲੈ ਚੱਲੋ। ਹੁਣ ਜਦੋਂ ਉਹਨਾਂ ਨੇ ਉਹਨਾਂ 25% ਚੋਂ 10% ਵੀ ਕੈਨੇਡਾ 'ਚ ਆ ਗਏ ਜਿਨ੍ਹਾਂ ਨੇ ਟੀਕੇ ਨਹੀਂ ਲਵਾਏ ਹਨ, ਜਾਂ ਉਹਨਾਂ ਦੀ ਸੋਚ ਡਿਫਰੈਂਟ ਹੈ, ਹੋ ਸਕਦਾ ਇੱਥੇ ਆ ਕੇ ਫਿਰ ਸਾਨੂੰ ਕੁਛ ਨਾ ਕੁਛ ਪ੍ਰਸ਼ਾਦ ਦੇ ਦੇਣ, ਜਿਹਦੇ ਨਾਲ ਫਿਰ ਅਸੀਂ ਪਰੇਸ਼ਾਨੀ 'ਚ ਫਸ ਜਾਈਏ। ਸੋ ਮਤਲਬ ਸਿਰਫ ਕਹਿਣ ਦਾ ਇੰਨਾ ਹੈ ਕਿ ਅੱਜ ਜੇ ਮੈਂ ਆਪਣੇ ਆਪ ਨੂੰ ਸੇਫ, ਹੁਣ ਦੇਖੋ ਅਸੀਂ ਵੀ ਸਕਾਈਪ ਤੇ ਗੱਲਾਂ ਕਰ ਰਹੇ, ਕਿਉਂ ਕਰ ਰਹੇ ਹਾਂ? ਮੈਂ ਜੇ ਆਪਣੇ ਆਪ ਨੂੰ ਸੇਫ ਰੱਖ ਰਿਹਾ, ਮੈਂ ਤੁਹਾਨੂੰ ਸੇਫ ਰੱਖ ਰਿਹਾ। ਜੇ ਤੁਸੀਂ ਸੇਫ ਹੋ ਰਹੇ ਤਾਂ ਮੈਨੂੰ ਸੇਫ ਕਰ ਰਹੇ ਹੋ। ਕਹਿਣ ਦਾ ਮਤਲਬ ਸਾਨੂੰ ਇਹ ਤਬੀਅਤ ਜਿਹੜੀ ਹੈ ਨਾ, ਹੁਣ ਆਉਣ ਵਾਲੇ ਕੁਝ ਸਾਲਾਂ ਲਈ ਬਣਾ ਕੇ ਰੱਖਣੀ ਚਾਹੀਦੀ ਹੈ। ਮੈਂ ਤੇ ਇਹ ਕਹਿੰਦਾ, ਦੇਖੋ ਸਾਰੀ ਕੰਟਰੀਆਂ ਨੇ, ਵਰਲਡ ਨੇ ਕਿਹਾ ਹੈ ਕਿ ਜਿਹੜਾ ਇੰਡੀਆ ਦਾ ਕਲਚਰ ਹੈ, ਜਿਸ 'ਚ ਅਸੀਂ ਸਤਿ ਸ੍ਰੀ ਅਕਾਲ ਕਹਿੰਦੇ ਆ, ਨਮਸਤੇ ਕਹਿੰਦੇ ਆ, ਇਹ ਸਭ ਤੋਂ ਬੈਸਟ ਹੈ। ਹੱਥ ਮਿਲਾਉਣ ਦੀ ਕੋਈ ਲੋੜ ਨਹੀਂ। ਹੁਣ ਇਹ ਨਾ ਸੋਚੀਏ ਮੈਂ 2 ਟੀਕੇ ਲਵਾ ਲਏ ਤੇ ਅਗਲੇ ਦਿਨ ਹੀ ਹੱਥ ਮਿਲਾਉਣ ਲੱਪਾਂ, ਹੱਥ ਮਿਲਾ ਕੇ ਮੈਂ ਕਰਾਂ। ਸੋ ਕਹਿਣ ਦਾ ਮੇਰਾ ਭਾਵ ਇੰਨਾ ਹੀ ਹੈ ਕਿ ਇਸ ਵੇਲੇ ਬੜੀ ਇਹਤਿਆਤ ਵਰਨ ਦੀ ਲੋੜ ਹੈ। ਔਰ ਇਹ ਅਸੀਂ ਬੜੇ ਖੁਸ਼ਨਸੀਬ ਹਾਂ ਕਿ ਗਵਰਨਮੈਂਟਾਂ ਨੇ ਸਾਨੂੰ ਇੰਨੀ ਸਪੋਰਟ ਕਰਕੇ ਹਾਲੇ ਤੱਕ ਖੜਾ ਰੱਖਿਆ, ਖੜੇ ਦੇ ਨਾਲ ਸਾਨੂੰ ਜ਼ਿੰਦਾ ਰੱਖਿਆ। ਤਾਂ ਜੇ ਅਸੀਂ ਅੱਜ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਵੀ ਸ਼ੁੱਡ ਬੀ ਆਲ ਰਿਸਪੌਂਸਿਬਲ, ਔਰ ਇਹ ਰਿਸਪੌਂਸਿਬਿਲਿਟੀ ਮੈਂ ਸਮਝਦਾ ਸਿਰਫ ਗਵਰਨਮੈਂਟ ਦੀ ਨਹੀਂ ਹੈ, ਸਾਡੇ ਸਾਰੇ ਵਸਨੀਕਾਂ ਦੀ, ਸਾਰੇ ਨਾਗਰਿਕਾਂ ਦੀ, ਸਾਰੇ ਸਿਟੀਜ਼ਨ ਦੀ ਹੈਗੀ ਹੈ, ਤਾਂ ਕਿ ਅਸੀਂ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈਏ। ਅਸੀਂ ਸਾਹਿਬ, ਤੁਸੀਂ ਗੱਲ ਕੀਤੀ ਹੈ ਕਿ ਸਾਨੂੰ ਸਰਕਾਰਾਂ ਨੇ ਖੜੇ ਰੱਖਿਆ, ਸਰਕਾਰਾਂ ਨੇ ਬੜੀ ਮਦਦ ਕੀਤੀ ਹੈ। ਇਸ ਗੱਲ ਦੇ ਵਿੱਚ ਹੀ ਜਾਣਦੀ, ਮੇਰਾ ਖਿਆਲ ਆ ਸਾਡਾ ਦੇਸ਼ ਹੈ ਬੜਾ ਮੋਹਰੀ ਦੇਸ਼ਾਂ ਦੇ ਵਿੱਚੋਂ ਹੈ ਜਿਹਨੇ ਕਿ ਇੱਕਦਮ ਇਹ ਐਸਾ ਪ੍ਰੋਗਰਾਮ ਲੈ ਕੇ ਆਂਦਾ। ਮੈਂ ਇਸ 'ਚ ਪੋਲੀਟਿਕਸ ਦੇ ਵਿੱਚ ਬਿਲਕੁਲ ਨਹੀਂ ਜਾਂਦਾ ਜੀ, ਕਿਹੜੀ ਸਰਕਾਰ ਹੈਗੀ ਆ ਕਿਹੜੀ ਨਹੀਂ ਹੈਗੀ ਆ, ਬਟ ਜਿਹੜੀ ਵੀ ਸਰਕਾਰ, ਨਾ ਕਿ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਵੀ, ਫੈਡਰਲ ਸਰਕਾਰ ਨੇ ਵੀ, ਈਵਨ ਜਿਹੜੀਆਂ ਲੋਕਲ ਸਰਕਾਰਾਂ ਨੇ, ਸਾਰਿਆਂ ਨੇ ਜਿੰਨਾ ਵੱਧ ਤੋਂ ਵੱਧ ਹੋ ਸਕਿਆ, ਜਿੰਨਾ ਉਹਨਾਂ ਦਾ ਹਿੱਸਾ ਪੈਂਦਾ ਸੀ ਸਿਟੀਜ਼ਨਸ ਵਾਸਤੇ, ਸਭ ਨੇ ਪਾਇਆ। ਓਕੇ, ਜਿਹੜਾ ਫੈਡਰਲ ਸਰਕਾਰ ਨੇ ਉਹਨਾਂ ਨੇ ਬੜੀ ਜਿਹੜੀ ਚੀਜ਼ ਚਲਾਈ ਸੀਗੀ, ਪਹਿਲਾਂ CERB ਸੀ, ਹੁਣ CRB ਹੈ, ਠੀਕ ਹੈ ਜੀ? ਹਾਂਜੀ, CRB ਹੈ ਨਾ ਮੇਰੇ ਖਿਆਲ, ਕਰੈਕਟ ਮੀ ਇਫ ਆਮ ਰੋਂਗ। ਨਹੀਂ, ਇਟਸ ਰਾਈਟ, ਇਟਸ ਰਾਈਟ। ਅੱਛਾ, ਅਖੀਰੇ ਤਾਂ ਮੁੱਕਣਾ ਇਹਦੀ ਮਿਆਦ ਹੈ, ਔਰ ਇਹ ਕੁਝ ਹਫ਼ਤਿਆਂ ਦੇ ਵਿੱਚ ਇਹਨੇ ਖਤਮ ਹੋ ਜਾਣਾ, ਪਹਿਲਾਂ ਘਟ ਜਾਏਗਾ ਫਿਰ ਖਤਮ ਹੋ ਜਾਏਗਾ। ਬਿਲਕੁਲ। ਅੱਛਾ, ਦੈਨ ਹੁਣ ਹਾਂ ਜਿਹੜਾ ਦਿਨ ਹੈ ਨਾ, ਇਹੋ ਹੀ ਸਭ ਤੋਂ ਵੱਡੀ ਕੁੰਡੀ ਹੈ ਇਸ ਵੇਲੇ। ਦੇਖੋ ਕੀ ਹੁੰਦਾ ਹੈ, ਹਰ ਬੰਦਾ ਤੁਹਾਨੂੰ ਚਾਨਣਾ ਬੰਨਾ ਤੇ ਦਿਖਾਉਂਦਾ, ਹਨੇਰਾ ਨਹੀਂ ਦਿਖਾਉਂਦਾ। ਹੁਣ ਇਹਨਾਂ ਜਿਹੜਾ ਪੈਸਾ ਆਇਆ ਹੈ, ਇਹ ਪੈਸਾ ਕਿਤੇ ਉੱਪਰੋਂ ਤੇ ਡਿੱਗਿਆ ਨਹੀਂ, ਅਸੀਂ ਆਪ ਛਾਪਿਆ, ਇਹ ਪੈਸੇ ਟੈਕਨੀਕਲੀ ਜੇ ਇਹ ਮੋੜਨਾ ਹੈ। ਹੁਣ ਅਸੀਂ ਕਿੰਨੇ ਹੈ, ਤੁਸੀਂ ਤੇ ਮੈਂ, ਕਹਿਣ ਦਾ ਮਤਲਬ ਐਵਰੀ ਸਿਟੀਜ਼ਨ, ਆਲ ਟੈਕਸ ਪੇਅਰ, ਇਹ ਟੈਕਸ ਪੇਅਰ ਨੇ ਪੈਸਾ ਮੋੜਿਆ। ਹੁਣ ਇਹਦੇ ਨਾਲ ਤੁਸੀਂ ਸ਼ਾਇਦ ਪਿਛਲੇ ਸੁਣਿਆ ਹੋਵੇ, ਜਿਹੜੇ ਰਿਜ਼ਰਵ ਬੈਂਕ ਦੇ ਗਵਰਨਰ ਨੇ, ਉਹਨਾਂ ਨੇ ਦੱਸਿਆ ਕਿ ਇਨਫਲੇਸ਼ਨ ਜਿਹੜੀ ਇਸ ਵੇਲੇ 3.54 ਤੇ ਹੈ। ਅੱਛਾ, ਇਨਫਲੇਸ਼ਨ ਮੈਂ ਆਪਣੇ ਵਿਊਅਰਸ ਵਾਸਤੇ ਥੋੜਾ ਦੱਸਣਾ, ਇਨਫਲੇਸ਼ਨ ਦਾ ਮਤਲਬ ਹੁੰਦਾ ਮਹਿੰਗਾਈ। ਮਹਿੰਗਾਈ ਜਿਹੜੀ ਹੈ 3.4% ਤੇ ਹੈਗੀ ਹੈ, ਜਿਹੜੀ ਨਾਰਮਲੀ 1.5 ਤੋਂ 2 ਤੇ ਰੱਖੀ ਦੀ ਹੈ ਤਾਂ ਕਿ ਸਰਕਲ ਚੱਲਦਾ ਰਹੇ।
ਅੱਛਾ, ਹੁਣ ਇਹਦੇ ਚ ਕਹਿਣ ਵਾਲੇ ਜਦੋਂ ਮੈਂ ਬਹੁਤ ਡਿਬੇਟਾਂ ਸੁਣਨਾ, ਕਿਉਂਕਿ ਸਾਡਾ ਕਿੱਤਾ ਹੈਗਾ, ਇਹ ਲਾਈਨ ਹੈ, Yeah. ਤੇ ਆਈ ਆਲਵੇਜ਼ ਲਿਸਨ ਟੂ ਪੀਪਲ ਜਿਹੜੇ ਵੱਡੇ ਵੱਡੇ ਇਕਨੋਮਿਸਟ ਕਹਿੰਦੇ ਜੀ ਹੁਣ ਇਸ ਤਰ੍ਹਾਂ ਹੈ, ਅਗਲੇ 1.5-2 ਸਾਲ ਤੱਕ ਤੇ ਮਹਿੰਗਾਈ ਰਹੇਗੀ, ਫਿਰ ਉਸ ਤੋਂ ਬਾਅਦ ਹੌਲੀ ਹੌਲੀ ਠੀਕ ਹੋ ਜਾਏ। Yeah. ਮੇਰਾ ਇੱਕ ਕੁਐਸਚਨ ਹੈ ਸਾਰਿਆਂ ਨੂੰ, ਹਾਂਜੀ ਆਪਾਂ ਸਾਰੇ ਬੜੇ ਸਿਆਣੇ ਆ, ਸਮਝਦਾਰ ਆ, ਕਿ ਚਲੋ ਤੁਸੀਂ ਕਿਹਾ 2 ਸਾਲ ਬਾਅਦ ਮਹਿੰਗਾਈ ਠੀਕ ਹੋ ਜਾਏਗੀ, ਪਰ ਇਹ ਮੈਂ 2 ਸਾਲ ਕੱਢਾਂਗਾ ਕਿਵੇਂ? ਬਿਲਕੁਲ। ਮੇਰੀ ਜਿਹੜੀ ਮਿਨੀਮਮ ਪੇਮੈਂਟ ਹੈ, ਮਿਨੀਮਮ ਵੇਜਸ ਹੈ, ਅੱਜ $14.5 ਜਾਂ $15, ਕੀ ਮੈਨੂੰ ਜਦੋਂ ਹੁਣ ਕੰਮ ਤੇ ਜਾਵਾਂਗਾ ਮੇਰੀ ਤਨਖਾਹ $30 ਹੋ ਜਾਏਗੀ ਤਾਂ ਕਿ ਮੈਂ ਇਹ ਜਿਹੜਾ ਵੇਲਾ ਹੈ ਇਹਨੂੰ ਮੈਂ ਕੱਢ ਸਕਾਂ? ਨਹੀਂ ਹੋਣੀ। ਨਹੀਂ ਜੀ। ਹੁਣ ਰਹਿ ਗਈ, ਕੱਲ ਤੱਕ ਤੇ CRB ਮਿਲਦੀ ਪਈ ਸੀਗੀ, ਮੈਂ ਸੀ, ਮੇਰੀ ਵਾਈਫ ਸੀ, ਮੇਰਾ ਬੇਟਾ ਸੀ, ਉਹਦੀ ਵਾਈਫ ਸੀ, ਯਾਨੀ ਐਵਰੇਜ ਘਰ ਜਿਹੜਾ $8,000 ਬਣਾ ਰਿਹਾ ਸੀਗਾ, ਜੀ ਹਾਂ, ਐਵਰੇਜ ਘਰ, ਠੀਕ ਹੈ। ਹੁਣ 8,000 ਤੇ ਉਹ ਬਣਦਾ ਪਿਆ ਸੀ। ਜੀ ਹਾਂ, ਹੁਣ ਜੇ ਅਸੀਂ ਘਰੇ ਰਹਿ ਰਹੇ ਆ ਤੇ ਜੇ ਅਸੀਂ 6 ਬੰਦੇ ਦੀ ਫੈਮਿਲੀ ਹੋਈ ਹੈ ਨਾ, ਤੇ $1,000 ਚ ਰੋਟੀ ਖਾ ਲਈਦੀ, ਜੀ ਹਾਂ, ਜੇ ਬਾਹਰ ਨਹੀਂ ਖਾਣੀ, ਘਰੇ ਬਣਾਉਣੀ ਹੈ ਨਾ, ਹਾਂਜੀ। ਤੇ 1000 ਚ ਖਾ ਲਾਂਗੇ। ਜੀ। ਹੁਣ 8 ਚੋਂ ਮੈਂ 1 ਘਟਾ ਦਾਂ ਤੇ ਬਚ ਗਏ 7, ਜੀ 7 ਮੇਰੇ ਕੋਲ ਸਰਪਲਸ ਹੋ ਗਏ। ਜੀ। ਉਧਰੋਂ ਇਹਨਾਂ ਨੇ ਮੇਰੀ 6 ਮਹੀਨੇ ਲਈ ਮੌਰਗੇਜ ਬੰਦ ਕਰਤੀ, ਡੈਫਰ ਕਰਤੀ, ਡੈਫਰ ਕੀਤੀ ਹੈ, ਹਾਂਜੀ। ਮਾਫੀ Yes, ਹਾਂ। ਮਾਫ ਨਹੀਂ ਕੀਤੀ। Defer। ਮੈਂ ਉਹ ਸਿਨੈਰੀਓ ਦਿਖਾਉਣ ਲੱਗਾ Yeah। ਕਿਉਂਕਿ ਇੱਕ ਆਵਾਜ਼ ਮਾਰਕੀਟ ਚ ਆਵਾਜ਼ ਹੈ ਕਿ ਲੋਕਾਂ ਕੋਲ ਇੰਨਾ ਪੈਸਾ ਕਿੱਥੋਂ ਆਇਆ, ਲੋਕਾਂ ਨੇ ਘਰਾਂ ਚ ਇਨਵੈਸਟ ਕਰਤਾ, ਇਹ ਕੀਤਾ, ਉਹ ਕੀਤਾ, ਕੀ ਹੋਇਆ? ਬਿਲਕੁਲ। ਮੈਂ ਤੁਹਾਨੂੰ ਬ੍ਰੇਕਅਪ ਦੇ ਰਿਹਾ, ਪੈਸਾ ਆਇਆ ਕਿੱਥੋਂ? ਜੀ ਹਾਂ, ਇੱਕ ਤੇ ਜਿਹੜਾ 8,000 ਆਇਆ ਸੀ ਉਹ ਚੋਂ 1000 ਖਰਚ ਹੋਇਆ, 7,000 ਮਹੀਨਾ ਮੈਨੂੰ ਉਹ ਬਚਣਾ ਸ਼ੁਰੂ ਹੋਇਆ। ਜੀ ਐਵਰੇਜਲੀ ਘਰ ਦੀ ਜਿਹੜੀ ਹੈ ਨਾ, ਮਹਿੰਗੇ ਔਰ ਸਸਤੇ ਘਰਾਂ ਦੀ, ਜੇ ਅਸੀਂ ਅਕ੍ਰੋਸ ਦ ਟੇਬਲ ਲਾਈਏ, 2500 ਲੈ ਕੇ 3000 ਦੀ ਐਵਰੇਜ ਮੌਰਗੇਜ ਬਣਦੀ। ਠੀਕ ਹੈ। $2500 ਜੇ ਅਸੀਂ ਮਹਿੰਗੇ ਵੀ ਲਾ ਲਈਏ, ਸਸਤੇ ਵੀ ਲਾ ਲਈਏ, ਹਾਂਜੀ। $2500 ਮੌਰਗੇਜ ਬਣਦੀ Yeah। ਐਵਰੇਜ। ਹਾਂਜੀ। ਹੁਣ ਜੇ ਮੈਂ $2500 6 ਮਹੀਨੇ ਲਈ ਡੈਫਰ ਕਰਤਾ ਤੇ ਮੈਂ ਤੁਹਾਨੂੰ ਆਲਮੋਸਟ $15,000 ਤੇ ਉਹ ਤੁਹਾਡੀ ਜੇਬ 'ਚ ਪਾਤਾ। ਬਿਲਕੁਲ। ਫਿਰ ਮੈਂ ਤੁਹਾਡੇ ਬਿਜਲੀ ਪਾਣੀ ਦੇ ਬਿੱਲ ਡੈਫਰ ਕਰਤੇ 6 ਮਹੀਨੇ ਲਈ। ਹਾਂਜੀ। ਜੇ ਤੁਹਾਡਾ $500 ਹੀ ਮਹੀਨਾ ਸੀ, 3000 ਤੁਹਾਨੂੰ ਉਹ ਬਚ ਗਿਆ। ਜੀ ਹਾਂ, ਠੀਕ ਹੈ ਜੀ। ਤੇ ਇਸੇ ਤਰ੍ਹਾਂ ਕਰਦੇ ਹੋਏ ਪ੍ਰਾਪਰਟੀ ਟੈਕਸ ਮੈਂ ਤੁਹਾਨੂੰ ਮਾਫ ਕਰਤੇ, 6 ਮਹੀਨੇ ਡੈਫਰ ਕਰਤੇ, ਜੀ ਹਾਂ, ਸੋ 3000 ਦੇ ਕਰੀਬ ਮੈਨੂੰ ਉਹ ਬਚ ਗਿਆ। ਕਹਿਣ ਦਾ ਮੇਰਾ ਭਾਵ ਇਹ ਹੈ ਕਿ ਨਾ ਕਰਦੇ ਵੀ ਮੈਨੂੰ $15,000 ਮਹੀਨੇ ਦੀ ਘਰ 'ਚ ਕੈਸ਼ ਫਲੋ ਹੋ ਗਿਆ। ਬਿਲਕੁਲ। ਹੁਣ ਅਸੀਂ ਇਹ ਨਹੀਂ ਸਮਝੇ ਐਜ਼ ਅ ਨਾਰਮਲ ਪਰਸਨ ਹਾਂਜੀ। ਕਿ ਇਹ ਮੈਨੂੰ ਕੋਈ ਮਾਫੀ ਨਹੀਂ ਮਿਲੀ ਹੈ ਤੇ ਮੈਨੂੰ ਕਰਜ਼ਾ ਦੇ ਦਿੱਤਾ ਇਹਨਾਂ ਨੇ, ਜੀ ਹਾਂ, ਜਿਹੜਾ ਕਿ ਮੈਂ ਅੱਗੇ ਚੱਲ ਕੇ ਦੇਣਾ ਹੈ ਵਾਪਸ। ਹਾਂਜੀ। ਪਰ ਦੂਸਰੇ ਬੰਨੇ ਹਿਊਮਨ ਨੇਚਰ ਹੋਣ ਕਰਕੇ ਜਦੋਂ ਮੇਰੇ ਘਰ 'ਚ ਪੈਸਾ ਰੁਲਦਾ ਫਿਰਦਾ ਪਿਆ ਹੈ, ਮੈਂ ਕਿਹਾ ਭਾਈ ਘਰ ਹੀ ਲੈ ਲਓ ਇੱਕ। ਬਿਲਕੁਲ। ਮੈਂ ਇਨਵੈਸਟਮੈਂਟ ਕਰਤੀ, ਮੈਂ ਇੱਕ ਘਰ ਲੈ ਲਿਆ, 2 ਲੈ ਲਏ, ਇਹ 'ਚੋਂ ਕਿਰਾਇਆ ਲਾਂਗੇ, ਅਸੀਂ ਆਹ ਕਰਾਂਗੇ, ਕਿਉਂਕਿ ਇਨਸਾਨੀ ਫਿਤਰਤ ਹੈ, ਅਸੀਂ ਬੜੀ ਕ੍ਰੀਏਟਿਵ ਹੈ ਇਹਨਾਂ ਗੱਲਾਂ। ਹਾਂਜੀ। ਹੁਣ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਣੀ ਹੈ, ਜਿਹੜਾ ਕਿ ਪਿਛਲੇ ਹਫਤੇ ਗਵਰਨਰ ਆਫ ਕੈਨੇਡਾ ਨੇ ਕਿਹਾ ਹੈ ਕਿ ਲੋਨ ਟੂ ਵੈਲਿਊ ਹਾਂਜੀ। ਬੜੀ ਐਸੈਂਟ੍ਰਿਕ ਹੈ। ਰਾਈਟ। ਕਿ ਮੇਰੇ ਘਰ ਦੀ ਇਨਕਮ 3000 ਹੈ, ਹੁਣ ਖਰਚੇ ਮੇਰੇ ਉੱਤੇ 6000 ਦੇ ਪਏ ਨੇ, ਇਹ ਕੰਮ ਕਿੱਥੋਂ ਚੱਲੇਗਾ, ਕਿਵੇਂ ਹੋਏਗਾ? ਸੋ ਇਹ ਜਿਹੜੀ ਚੀਜ਼ ਹੈ ਨਾ, ਇਸ ਚੀਜ਼ ਨੇ ਬਹੁਤ ਵੱਡਾ ਝਟਕਾ ਮਾਰਨਾ ਸਾਨੂੰ ਸਾਰਿਆਂ ਨੂੰ, ਕਿਉਂਕਿ ਸਾਡੀ ਇਨਕਮ ਤੇ ਉੱਥੇ ਦੀ ਉੱਥੇ ਰਹਿਣੀ ਹੈ। ਜੀ ਹਾਂ, ਉਲਟਾ ਇਨਕਮ ਘਟਣੀ ਕਿਉਂ ਕਿ ਜਿਹੜੀ ਅੱਗੇ ਤੇ ਮੇਰੀ ਪੱਕੀ ਜੌਬ ਸੀ ਉਹ ਮੈਨੂੰ ਸ਼ਾਇਦ ਨਾ ਮਿਲੇ ਤੇ ਮੈਨੂੰ ਆਲਟਰਨੇਟਿਵ ਜੌਬ ਕਰਨੀ ਪਏ। ਸੋ ਮੇਰਾ ਸਿਰਫ ਓਵਰਆਲ ਇਹ ਸਭ ਗੱਲਾਂ ਦੱਸਣ ਦਾ ਮਤਲਬ ਇਹ ਹੈ ਕਿ ਭਾਈ ਆਪਣੇ ਕਮਰ ਕੱਸੇ ਕਰ ਲਓ। ਜੇ ਤੁਹਾਡੇ ਕੋਲ 2 ਪੈਸੇ ਹੈਗੇ ਆ ਨਾ, ਇਹਨੂੰ ਬੜੇ ਸਰਫੇ ਨਾਲ ਵਰਤੋ। ਇਹ ਨਾ ਸੋਚੋ ਕਿ ਇਹ ਮੇਰੇ ਕੋਲ ਬਹੁਤ ਸਾਰਾ ਪੈਸਾ ਪਿਆ, ਮੈਂ ਜੋ ਮਰਜ਼ੀ ਮੌਜਾਂ ਨਾਲ। ਆਉਣ ਵਾਲੇ 6 ਮਹੀਨੇ ਜਾਂ 1 ਸਾਲ ਬੜਾ ਚੈਲੰਜਿੰਗ ਹੋਣਾ ਸਾਡੇ ਸਾਰਿਆਂ ਲਈ, ਕਿਉਂਕਿ ਫੂਡ ਪ੍ਰਾਈਸਿਸ ਉੱਪਰ ਚਲੀਆਂ ਗਈਆਂ ਨੇ, ਲਿਵਿੰਗ ਕਾਸਟ ਉੱਪਰ ਚਲੀ ਗਈ ਹੈ, ਔਰ ਉਹ ਹੁਣ ਅਸੀਂ ਸਾਰਿਆਂ ਨੇ ਫੇਸ ਕਰਨੀ। ਜਿਹੜੀ ਗੱਲ ਇਕਨੋਮਿਸਟ ਕਹਿੰਦੇ ਨੇ ਜੀ, ਮੈਨੂੰ ਇਹ ਤੇ ਥੋੜਾ ਜਿਹਾ ਵੀ ਇਹ ਗੱਲ ਹੋ ਜਾਂਦੀ ਹੈ, ਜਿਵੇਂ ਕਹਿੰਦੇ ਨੇ ਜੀ ਹੁਣ 3.5% ਇਨਫਲੇਸ਼ਨ ਹੈਗੀ ਹੈ, ਵਿਦਨ 2 ਇਅਰਸ 2% ਦੇ ਆ ਜਾਏਗੀ, ਜਾਂ 2% ਤੇ ਆ ਜਾਏਗੀ, ਜਾਂ ਅਸੀਂ 3.5% ਦੇ ਉੱਤੇ ਅਸੀਂ ਗੱਜ ਜਾਵਾਂਗੇ। ਤੁਹਾਨੂੰ ਕਿਵੇਂ ਲੱਗਦਾ? ਦੇਖੋ ਹੁਣ ਇਹ ਬੜਾ ਬਿਊਟੀਫੁਲ ਕੁਐਸਚਨ ਤੁਸੀਂ ਕੀਤਾ ਹੈ ਔਰ ਮੈਂ ਇਹਦਾ ਜਵਾਬ ਦੇਣ ਲੱਗਾ। ਹਾਂਜੀ। ਤੁਸੀਂ ਹੈਗੇ ਹੋ ਕੰਜ਼ਰਵੇਟਿਵ, ਮੈਂ ਹੈਗਾ ਲਿਬਰਲ। ਮੈਂ ਇੱਕ ਮਿਸਾਲ ਦੇਣ ਲੱਗਾ। ਬਿਲਕੁਲ। ਅੱਜ ਗਵਰਨਮੈਂਟ ਮੇਰੀ ਹੈ, ਮੈਂ ਲਿਬਰਲ ਨਾ, ਮੇਰੀ ਗਵਰਨਮੈਂਟ ਹੈ, ਮੈਂ ਤੁਹਾਨੂੰ ਬਿਲੀਅਨਸ ਆਫ ਡਾਲਰ ਕਰਕੇ $1 ਟ੍ਰਿਲੀਅਨ ਦਾ ਕਰਜ਼ਾ ਚੜਾ। ਬਿਲਕੁਲ। ਠੀਕ ਹੈ। ਕੱਲ ਨੂੰ ਮੰਨ ਲਓ ਕੱਲ ਨੂੰ ਤੁਹਾਡੀ ਗਵਰਨਮੈਂਟ ਆ ਜਾਂਦੀ ਹੈ, ਜਿੱਦਣ ਮੈਂ ਇੱਕ ਸੀਟ ਛੱਡਣੀ ਹੈ, ਮੈਂ ਤੁਹਾਨੂੰ ਕੋਈ ਪੈਸਾ ਤਾਂ ਨਹੀਂ ਦੇਣਾ, ਮੈਂ ਤਾਂ ਤੁਹਾਨੂੰ ਕਿਤਾਬਾਂ ਦਿਖਾਉਣੀਆਂ। ਕਿਤਾਬਾਂ 'ਚ ਲਿਖਿਆ ਹੈ ਕਿ ਜੀ $1 ਟ੍ਰਿਲੀਅਨ ਦਾ ਲਾਸ ਹੈ। ਹਾਂਜੀ। ਠੀਕ ਹੈ। ਤੁਸੀਂ ਆ ਕੇ ਕਹਿੰਦੇ ਹੋ ਕਿ ਜੀ ਮੈਂ ਹੁਣ ਆ ਗਿਆ, ਮੈਂ ਇਹਨੂੰ ਲਾਸ ਨੂੰ 3 ਸਾਲਾਂ 'ਚ ਜ਼ੀਰੋ ਕਰ ਦੇਣਾ। ਠੀਕ ਹੈ। ਕਹੀਦਾ ਹੈ ਵਰਚੁਅਲ ਮਨੀ, ਯਾਨੀ ਇਹ ਗੱਲੀ ਬਾਤੀ ਹੈ ਸਾਰਾ ਕੰਮ। ਬਿਲਕੁਲ। ਇਸੇ ਤਰ੍ਹਾਂ ਜਿਹੜੇ ਇਕਨੋਮਿਸਟ ਹੈ, ਇਹ ਤੁਹਾਨੂੰ ਇੱਕ ਕਿਸਮ ਦਾ ਤੁਹਾਡੇ ਮੂੰਹ 'ਚ ਇੱਕ ਥਰਮਾਮੀਟਰ ਲਾ ਦਿੰਦੇ ਤਾਂ ਕਿ ਤੁਸੀਂ ਬੋਲੋ ਨਾ।
ਜੇ ਥਰਮਾਮੀਟਰ ਮੂੰਹ 'ਚ ਹੋਵੇ ਨਾ ਤੁਸੀਂ ਬੋਲਦੇ ਨਹੀਂ, ਜੀ। ਚੁੱਪ ਕਰਕੇ ਸੁਣੀ ਜਾਂਦੇ ਹੋ। Yeah. ਸੋ ਕਹਿਣ ਦਾ ਮਤਲਬ ਜਿਵੇਂ ਤੁਸੀਂ ਆਪ ਕਿਹਾ, ਜੇ 3.5 ਹੈ, ਪਹਿਲੀ ਗੱਲ ਇੰਟਰਨੈਸ਼ਨਲ ਇੱਕ ਲਾਅ ਹੈ ਕਿ ਜਿਹੜੀ ਚੀਜ਼ ਇੱਕ ਵਾਰੀ ਵੱਧ ਜਾਏ ਨਾ, ਮੁੜਦੇ ਉਹ ਘਟਦੀ ਨਹੀਂ ਹੁੰਦੀ। Yeah. ਹੁਣ ਜਿਹੜੀਆਂ ਚੀਜ਼ਾਂ ਅੱਜ ਵੱਧ ਗਈਆਂ ਨੇ, ਮੈਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਹੀ ਘਟਣਗੀਆਂ, ਪਰ ਉਹਨਾਂ ਦਾ ਤਰੀਕਾ ਹੈ ਕਹਿਣ ਦਾ ਕਿ ਭਾਈ ਫਿਕਰ ਨਾ ਕਰੋ, ਇਸ ਨੂੰ ਘਟਾ ਦਾਂਗੇ। ਇਸ ਵੇਲੇ ਲੰਬਰ ਜਿਹੜਾ ਡਬਲ ਹੋ ਗਿਆ, ਸਟੀਲ ਡਬਲ ਹੋ ਗਿਆ, ਬਿਲਡਿੰਗ ਕੰਸਟਰਕਸ਼ਨ ਕਾਸਟ ਡਬਲ ਹੋ ਗਈ, ਹਰ ਚੀਜ਼ ਜਦੋਂ ਡਬਲ ਹੋ ਗਈ, ਤੁਸੀਂ ਇਹਨੂੰ ਕਿਵੇਂ ਘਟਾਓ? ਤੁਸੀਂ ਘਟਾਉਣ ਵਧਾਉਣ ਦੀ ਗੱਲ ਕੀਤੀ ਹੈ, ਮੇਰੇ ਹੁਣ ਮਨ 'ਚ ਇੱਕ ਹੋਰ ਸਵਾਲ ਆਇਆ ਜੀ। ਇੰਟਰਸਟ ਰੇਟ ਕਿੱਧਰ ਨੂੰ ਜਾਏਗਾ? ਦੇਖੋ, ਇੰਟਰਸਟ ਰੇਟ ਜਿਹੜਾ ਇਹਨਾਂ ਨੂੰ ਰੌਕ ਬਾਟਮ ਤੇ ਰੱਖਣਾ ਪੈਣਾ। ਕਿਉਂ? ਬੁਰਾ ਨਾ ਮੰਨਣਾ ਕਿ ਰੱਬ ਨਾ ਕਰੇ ਅੱਜ ਤੇ ਇੰਟਰਸਟ ਰੇਟ ਥੱਲੇ ਨੇ, ਹੁਣ ਆ ਜੂਨ ਪਹਿਲੀ ਤੋਂ ਸਟ੍ਰੈਸ ਟੈਸਟ ਸ਼ੁਰੂ ਹੋਣਾ। ਹਾਂਜੀ। ਉਹ ਸਟ੍ਰੈਸ ਦੇ ਵਿੱਚ ਉਹਨਾਂ ਨੇ ਕੀ ਦੇਖਣਾ ਹੈ ਕਿ ਜੇ ਮਾਰਗੇਜ ਰੇਟ ਭਾਵੇਂ ਮਾਰਕੀਟ ਦਾ ਉਹਨਾਂ ਨੇ ਰੱਖਿਆ ਕਿ 3.4 ਹੈ ਜਾਂ 1.5 ਹੈ ਜਾਂ 1.8 ਹੈ, ਹਾਂਜੀ। ਪਰ ਤੁਹਾਨੂੰ ਮਾਰਗੇਜ ਕੁਆਲੀਫਾਈ ਕਰਨ ਲਈ 5.2 ਤੇ ਪ੍ਰੂਵ ਕਰਨਾ ਪਏਗਾ ਕਿ ਜੇ ਰੱਬ ਨਾ ਕਰੇ 5.2 ਹੋ ਜਾਏ ਤੇ ਮੈਂ ਇੰਨੀ ਇਨਕਮ ਨਾਲ ਇਹਨੂੰ ਹੈਂਡਲ ਕਰ ਸਕਦਾ। ਬਿਲਕੁਲ ਠੀਕ ਹੈ। ਹੁਣ ਕਹਿਣ ਦਾ ਮਤਲਬ ਤੁਸੀਂ ਇਹ 5.2 ਤੇ ਕਿੱਥੇ ਅਸੀਂ 2% ਤੇ 1.8 ਤੇ ਬੈਠੇ ਆ। ਸੋ ਇਹ ਹੁਣ ਇਹ ਹੈ ਕਿ ਜਿੰਨੀ ਦੇਰ ਵੀ ਮੰਨ ਲਓ ਮੇਰੇ ਸਾਲ ਬਚਿਆ ਸਰਕਾਰ ਦਾ ਹੋ ਜਾਂ 1.5 ਸਾਲ ਬਚਿਆ, ਮੈਂ ਤੇ ਪੂਰੀ ਕੋਸ਼ਿਸ਼ ਕਰਾਂਗਾ ਕਿ ਮੇਰੀ ਇਮੇਜ ਇੰਜੀ ਬਣੀ ਰਹੇ। ਕਿਉਂ? ਪੰਜਾਬੀ ਦੀ ਫਿਰ ਕਹਾਵਤ ਹੈ, ਮੈਂ ਪੰਜਾਬੀ ਦੀਆਂ ਕਹਾਵਤਾਂ ਇਸ ਲਈ ਕਹਿੰਦੇ ਕੋਈ ਸਾਡਾ ਪਿਛੋਕੜ ਸਾਰਿਆਂ ਦਾ ਪੰਜਾਬੀ ਹੈ ਕਿ ਹਸਾਏ ਦਾ ਨਾਂ ਨਹੀਂ ਹੁੰਦਾ, ਰਵਾਏ ਦਾ ਹੁੰਦਾ। ਹੁਣ ਆ ਜੋ ਸਾਨੂੰ ਮਿਲਿਆ ਇਹਦਾ ਨਾਂ ਨਹੀਂ ਹੋਣਾ ਕਿ ਰੱਬ ਨਾ ਕਰੇ ਜੇ ਉਹ ਸਾਡੇ ਕੋਲ ਵਾਪਸ ਮੰਗ ਲੈਣ ਜਾਂ ਅਚਾਨਕ ਇੰਟਰਸਟ ਰੇਟ ਉੱਪਰ ਚਲੇ ਜਾਣ, ਅਸੀਂ ਹਾਈ ਤੋਬਾ ਪਾ ਲਾਂ। ਜਿਹਨੂੰ ਬੈਲਟ ਤੋਂ ਹਾਲੇ ਬੈਲਟ ਕੱਸਣੀ ਪੈ ਗਈ ਤਾਂ ਤੁਹਾਨੂੰ ਬੀ ਪ੍ਰੋਬਲਮ। ਬਸ ਇੰਜ ਕਹਿ ਲਓ। ਸੋ ਹੁਣ ਭਾਵ ਮੇਰਾ ਇਹ ਹੈ ਕਿ ਇੰਟਰਸਟ ਰੇਟ ਕਿੰਨੀ ਕੁ ਦੇਰ ਉਹ ਥੱਲੇ ਰੱਖਣਗੇ, ਕਿਉਂਕਿ ਉਹਨਾਂ ਨੇ ਓਵਰਆਲ ਵੀ ਦੇਖਣਾ ਹੈ। ਜੇ ਇੰਟਰਸਟ ਰੇਟ ਉੱਪਰ ਚਲੇ ਗਏ, ਯਕੀਨ ਮੰਨਣਾ ਕਿ ਇਹ ਘਰ ਇੰਜ ਧੜਾ ਧੜ ਥੱਲੇ ਡਿੱਗਣਗੇ ਕਿ ਲੋਕਾਂ ਕੋਲ ਸੰਭਾਲੇ ਨਹੀਂ ਜਾਣੇ, ਲੋਕਾਂ ਕੋਲ ਮੌਰਗੇਜ ਨਹੀਂ। ਕਲਸੀ ਸਾਹਿਬ, ਇੰਟਰਸਟ ਰੇਟ ਥੱਲੇ ਤੁਰਿਆ ਜਾ ਰਿਹਾ ਜਾਂ ਖੜਾ ਇੱਕ ਜਗ੍ਹਾ ਦੇ ਉੱਤੇ ਮਾੜਾ ਮੋਟਾ ਫਰਕ ਪੈਂਦਾ ਜਾਣ ਦੇ ਉੱਪਰ ਜਾਣ ਦੇ, ਜਿਵੇਂ ਤੁਸੀਂ ਇਹ ਚਾਂਸਸ ਹੈ ਨਹੀਂ? ਜਿਹੜੇ ਲੋਕ ਇਨਵੈਸਟਰ ਨੇ ਜੀ, ਉਹਨਾਂ ਨੂੰ ਤਾਂ ਕੋਈ ਰਿਟਰਨ ਨਹੀਂ ਆ ਰਹੀ। ਉਹ ਤਾਂ ਚਾਹੁੰਦੇ ਉਹਦੀ ਰਿਟਰਨ ਹੋਣੀ ਚਾਹੀਦੀ ਹੈ। ਜੇ ਕਿਸੇ ਦਾ ਪੈਸਾ ਮਾਰਕੀਟ ਦੇ ਵਿੱਚ ਚਲਾਇਆ ਹੋਇਆ, ਉਹਦਾ ਰਿਟਰਨ ਕੁਛ ਵੀ ਨਹੀਂ ਆ ਰਹੀ। ਉਹਦੀ ਉਹ ਇਨਵੈਸਟਮੈਂਟ ਹੈ ਬਿਲਕੁਲ ਉਵੇਂ ਜਿਵੇਂ ਕਿਸੇ ਨੇ ਘਰ ਲੈ ਕੇ ਘਰ ਕਿਰਾਏ 'ਤੇ ਚਾੜ ਦਿੱਤਾ, ਉਹਨੂੰ ਉਹਦੀ ਇਨਕਮ ਆ ਰਹੀ ਹੈ, ਉਹਨੂੰ ਚੰਗੀ ਇਨਕਮ ਆ ਰਹੀ ਹੈ, ਉਹ ਸਸਤਾ ਰੇਟ 'ਤੇ ਲੈ ਕੇ ਉਹਨੂੰ ਪੈਸਾ ਜ਼ਿਆਦਾ ਬਣਾ ਰਿਹਾ। ਜਿਹਨੇ ਪੈਸਾ ਉਹਨੂੰ ਦਿੱਤਾ ਉਹਨੂੰ ਉਹਦਾ ਕੁਛ ਵੀ ਨਹੀਂ ਆ ਰਿਹਾ। ਪੈਸੇ ਵਾਲਾ ਤਾਂ ਕਿਸੇ ਨੇ ਕੋਈ ਖਿਆਲ ਨਹੀਂ ਜੀ ਕਰਨਾ। ਪਹਿਲੀ ਗੱਲ ਇਹ, ਪੈਸਾ ਕਿਹਦੇ ਕੋਲ ਹੈ? ਇਹ ਮਿਸਟਰ ਨੱਥ ਕੋਲ ਹੈ ਜਾਂ ਮਿਸਟਰ ਕਲਸੀ ਕੋਲ? ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ। ਹੁਣ ਤੁਸੀਂ ਇਹ ਦੇਖੋ, ਕੋਵਿਡ ਦੇ ਹੋਣ ਦੇ ਬਾਵਜੂਦ ਇਹ ਜਿੰਨੇ ਵੱਡੇ ਬੈਂਕ ਨੇ ਇਹਨਾਂ ਨੇ ਬਿਲੀਅਨਸ ਆਫ ਡਾਲਰ ਦੇ ਪ੍ਰੋਫਿਟ 'ਚ ਗਏ। ਕਿਉਂ? ਉਹ ਕਿਉਂ ਗਏ ਪ੍ਰੋਫਿਟ 'ਚ? ਕਿਉਂਕਿ ਇਹ ਵੀ ਇੱਕ ਕਿਸਮ ਦੀਆਂ ਪ੍ਰਾਈਵੇਟ ਅਦਾਰੇ ਨੇ। ਇਹਨਾਂ ਦਾ ਕੰਮ ਹੈ ਪੈਸਾ ਲੈਣਾ ਤੇ ਪੈਸਾ ਦੇਣਾ। ਹੁਣ ਅਸੀਂ ਇਹਨਾਂ ਦੇ ਵਿੱਚ ਇੱਕ ਬੈਠਾ ਹੈ ਬਾਂਦਰ। ਬਾਂਦਰ ਕੌਣ ਹੈ? ਉਹ ਹੈਗਾ ਹੈ ਜਿਹੜਾ ਬੈਂਕ ਆਫ ਕੈਨੇਡਾ, ਯਾਨੀ ਜਿਹੜਾ ਇਸ ਨੂੰ ਪ੍ਰਿੰਟ ਕਰਦਾ ਹੈ। ਹੁਣ ਕੀ ਹੁੰਦਾ ਹੈ ਕਿ ਜਿਹੜੇ ਸਾਰੇ ਬੈਂਕ ਹੈ ਇਹ ਪੈਸਾ ਲੈ ਕੇ ਬੈਂਕ ਆਫ ਕੈਨੇਡਾ ਨੂੰ, ਜਿਹੜਾ ਇਹਨਾਂ ਕੋਲ ਸਰਪਲਸ ਪੈਸਾ ਹੁੰਦਾ ਹੈ, ਜਮ੍ਹਾਂ ਕਰਾਉਂਦੇ ਨੇ ਕਿ ਸਾਡਾ ਪੈਸਾ ਰੱਖ ਲੈ। ਉਹਦੇ ਉੱਤੇ ਉਹਨਾਂ ਦਾ ਇੱਕ ਬੇਸ ਰੇਟ ਹੁੰਦਾ। ਉਹ ਕਹਿੰਦੇ ਮੈਂ ਤੇਰੇ ਪੈਸੇ ਰੱਖਣ ਦੇ ਇੰਨੇ ਪੈਸੇ ਲਾਂਗਾ। ਉਹ ਭਾਵੇਂ 1% ਹੋਵੇ, 0.5% ਹੋਵੇ। ਜਿੱਦਣ ਇੰਟਰਸਟ ਰੇਟ ਨੈਗੇਟਿਵ ਹੋ ਜਾਂਦੇ ਨੇ, ਨੈਗੇਟਿਵ ਮਤਲਬ ਜ਼ੀਰੋ ਤੋਂ ਥੱਲੇ ਚ ਆ ਜਾਂਦੇ ਆ, ਉਸ ਵੇਲੇ ਫਿਰ ਮੈਂ ਆਪਣਾ ਪੈਸਾ ਤੁਹਾਨੂੰ ਬੈਂਕ ਆਫ ਕੈਨੇਡਾ ਨੂੰ ਦੇ ਕੇ ਰੱਖਣ ਲਈ ਉਲਟਾ ਤੁਹਾਨੂੰ ਪੈਸਾ ਦੇਣਾ ਵੀ ਮੇਰੇ ਪੈਸੇ ਸੰਭਾਲ। ਓਕੇ, ਤਾਂ ਨਾਓ ਇਹ ਮੈਂ ਤੁਹਾਡੇ ਸਵਾਲ ਦਾ ਜਵਾਬ ਇਸ ਲਈ ਦੇ ਰਿਹਾ ਹਾਂ ਕਿਉਂਕਿ ਅਸਲੀ ਇਨਵੈਸਟਰ ਤੇ ਹੈਗਾ ਬੈਂਕ। ਠੀਕ ਹੈ। ਬੈਂਕ ਨੇ ਜੇ ਅੱਜ ਮੰਨ ਲਓ ਮੈਨੂੰ $1 ਮਿਲੀਅਨ ਉਧਾਰ ਦੇ ਦਿੱਤਾ, ਮੈਂ $1 ਮਿਲੀਅਨ ਉਧਾਰ ਲੈਣ ਤੋਂ ਬਾਅਦ ਮੈਂ ਮੌਰਗੇਜ ਚੁੱਕ ਲਈ, ਮੈਂ ਘਰ ਲੈ ਲਿਆ, ਮੈਂ ਹੋਰ ਚੀਜ਼ਾਂ ਲੈ ਰਹੀਆਂ, ਤੇ ਬੈਂਕ ਨੂੰ ਤੇ ਮੌਰਗੇਜ ਦਾ ਇੰਟਰਸਟ ਮਿਲਦਾ ਪਿਆ। ਬੈਂਕ ਨੇ ਆਪਣਾ ਪੈਸਾ ਵੀ ਲਗਾਤਾ ਜਿਹੜਾ ਸੇਫ ਹੈ, ਕਿਉਂਕਿ ਉਹਦੇ ਕੋਲ ਹਰ ਚੀਜ਼ ਦੀ ਗਾਰੰਟੀ ਹੈ, ਹਰ ਚੀਜ਼ ਦੀ। ਪਰ ਇਸ ਵਜ੍ਹਾ ਕਰਕੇ ਆਮ ਜਿਹੜਾ ਬੰਦਾ ਹੈ, ਪਹਿਲੀ ਗੱਲ ਇਹ ਹੈ, ਦੇਖੋ ਕੈਨੇਡਾ ਦੇ ਵਿੱਚ 60% ਲੋਕ ਜਿਹੜੇ ਹੈ ਉਹ ਬਲੂ ਕਾਲਰ ਜੌਬ ਹੈ। ਬਲੂ ਕਾਲਰ ਜੌਬ ਦਾ ਮਤਲਬ ਦਿਹਾੜੀਦਾਰ। ਹੁਣ ਉਹਨਾਂ ਵਿਚਾਰਿਆਂ ਕੋਲ ਤੇ ਅੱਗੇ ਹੀ ਕੁਝ ਨਹੀਂ ਹੈਗਾ। ਅੱਛਾ, ਹੁਣ ਆ ਜੀ ਦੂਜੇ ਬੰਨੇ 60% ਲੋਕ ਕੋਲ $10,000 ਦੀ ਵੀ ਸੇਵਿੰਗ ਨਹੀਂ ਹੈਗੀ ਉਹਨਾਂ ਦੇ ਅਕਾਊਂਟ 'ਚ, ਕਿ ਜੇ ਰੱਬ ਨਾ ਕਰੇ ਕਿਤੇ ਨੀਕੀ ਹੋ ਜਾਏ ਤੇ ਉਹਨਾਂ ਕੋਲ ਪੈਸਾ ਐਮਰਜੈਂਸੀ ਵਾਸਤੇ ਕੁਝ ਨਹੀਂ ਹੈ, ਕੁਝ ਨਹੀਂ ਹੈਗਾ। ਹੁਣ ਜਦੋਂ ਅਸੀਂ 60% ਲੋਕਾਂ ਨੂੰ ਕੱਢ ਦਈਏ, ਬਾਕੀ ਬੱਚੇ 40% ਦੇ ਵਿੱਚੋਂ 20% ਤੇ ਹੈਗੇ ਸਰਮਾਏਦਾਰ ਲੋਕ, ਜਿਨ੍ਹਾਂ ਦਾ ਕੰਮ ਹੈ, ਜਿਹੜੇ ਆੜਤੀ ਕਹਿ ਲਓ, ਬਾਣੀਏ ਕਹਿ ਲਓ, ਕੁਝ ਕਹਿ ਲਓ ਨਾ, ਆਪਣੀ ਲੈਂਗੁਏਜ ਜਿਸ ਛੇਤੀ ਸਮਝ ਆ ਜਾਏ, ਮੈਂ ਇਸ ਲਈ ਉਹ ਲਫ਼ਜ਼ ਯੂਜ਼ ਕਰ ਰਿਹਾ ਕਿ ਉਹ ਆੜਤੀ ਲੋਕਾਂ ਕੋਲ ਪੈਸਾ ਹੈ।
ਔਰ ਬਾਕੀ ਜਿਹੜੇ ਫਿਰ ਅਮੀਰ ਹੈ, ਮੰਨ ਲਓ ਤੁਸੀਂ ਆਲਰੇਡੀ ਬਿਲੀਅਨਰ ਹੋ, ਤੁਹਾਨੂੰ ਕੀ ਫਰਕ ਪੈਂਦਾ ਜੇ ਤੁਹਾਡੇ 50,000 ਮਹੀਨੇ ਦਾ ਖਰਚਾ ਵੱਧ ਵੀ ਜਾਏਗਾ, ਯੂ ਡੋਂਟ ਕੇਅਰ। ਦੈਟਸ ਰਾਈਟ। ਇਹ ਤੇ ਫਰਕ ਉਹਨੂੰ ਪੈਣਾ ਹੈ ਜਿਸ ਵਿਚਾਰੇ ਨੇ ਝੋਲਾ ਚੁੱਕ ਕੇ ਬਾਜ਼ਾਰ ਜਾਣਾ ਹੈ, ਗਰੋਸਰੀ ਖਰੀਦਣੀ ਹੈ, ਔਰ ਫਿਰ ਦੇਖਣਾ ਅੱਜ ਇੰਨੀ ਕੀ ਗਰੋਸਰੀ ਆਈ ਹੈ, ਮੈਂ ਬੱਚਿਆਂ ਨੂੰ ਕੀ ਖਵਾਵਾਂਗਾ ਜਾਂ ਫੈਮਿਲੀ ਨੂੰ ਕੀ ਖਵਾਵਾਂਗਾ। ਸੋ ਕਹਿਣ ਦਾ ਭਾਵ ਮੇਰਾ, ਹਾਲੇ ਅਸੀਂ ਬੈਠੇ ਕੈਨੇਡਾ ਜ਼ਰੂਰ ਆ, ਪਰ ਚੈਲੰਜ ਏਡੇ ਵੱਡੇ ਨੇ, ਏਡੇ ਵੱਡੇ ਚੈਲੰਜ ਨੇ ਨੱਥ ਸਾਹਿਬ, ਆਉਣ ਵਾਲੇ ਟਾਈਮ ਦੇ ਵਿੱਚ ਪਤਾ ਨਹੀਂ ਕੀ ਹੋਏਗਾ, ਪਰ ਅਸੀਂ ਕਿਆਸ ਲਾ ਰਹੇ ਹਾਂ, ਅੰਦਾਜ਼ੇ ਲਗਾ ਰਹੇ ਹਾਂ ਕਿ ਟਾਈਮ ਜਿਹੜੇ ਬੜੇ ਮਾੜੇ ਵੀ ਆ ਸਕਦੇ ਨੇ। ਉਹਦੇ ਲਈ ਕੀ ਹੁੰਦਾ, ਸਿਰਫ ਤਿਆਰੀ ਕਰਨ ਦੀ ਗੱਲ। ਇਹ ਗੱਲਾਂ ਕਰਨ ਦਾ ਮਤਲਬ ਇਹ ਨਹੀਂ ਕਿ ਤੁਹਾਡਾ ਅਸੀਂ ਹੌਸਲਾ ਢਾ ਰਹੇ ਹਾਂ ਜਾਂ ਤੁਹਾਨੂੰ ਕਹਿ ਰਹੇ ਹਾਂ ਕਿ ਨਹੀਂ ਜੀ ਹੌਸਲੇ ਛੱਡ ਦਿਓ, ਤੁਹਾਨੂੰ ਤਿਆਰ ਕਰ ਰਹੇ ਹਾਂ, ਬੀ ਸਟਰੋਂਗ। ਰਿਐਲਿਟੀ ਸ਼ੋ ਕਰ ਰਹੇ ਹੋ ਵੀ ਜਿਹੜਾ ਆਉਣ ਵਾਲਾ ਸਮਾਂ ਉਹ ਅਜਿਹਾ ਸਮਾਂ ਹੋਏਗਾ, ਸਾਨੂੰ ਪਹਿਲਾਂ ਉਹਦੇ ਵਾਸਤੇ ਤਿਆਰੀ ਕਰ ਲੈਣੀ ਚਾਹੀਦੀ ਹੈ। ਦੇਖੋ ਜੀ, ਪਹਿਲੀ ਗੱਲ ਤੇ ਰਿਐਲਿਟੀ ਤੇ ਰਿਐਲਿਟੀ ਰਹਿਣੀ ਨਾ, ਸਰ ਭਾਵੇਂ ਤੁਸੀਂ ਹੋ ਭਾਵੇਂ ਮੈਂ ਹੋਵਾਂ, ਅਸੀਂ ਗੱਲੀ ਬਾਤੀ ਅੱਜ ਤੇ ਜ਼ਰੂਰ ਗੱਲਾਂ ਤੇ ਤੁਹਾਨੂੰ ਪੋਚਾ ਪਾ ਸਕਦੇ ਹਾਂ, ਪਰ ਇਹ ਪੋਚਾ ਬਹੁਤੇ ਦਿਨ ਨਹੀਂ ਰਹਿਣਾ। ਹੁਣ ਦੇਖੋ, ਜਦੋਂ ਲਿਬਰਲ ਆਏ ਸੀਗੇ, ਉਹ ਪਿਛਲਿਆਂ ਨੂੰ ਕਿੰਨਾ ਕਹਿੰਦੇ ਸੀ ਵੀ ਉਹਨਾਂ ਨੇ ਤੇ ਬੇੜਾ ਗਰਕ ਕਰਤਾ, ਇਸੇ ਤਰ੍ਹਾਂ ਉਹ ਆਏ ਤੇ ਉਹਨਾਂ ਨੇ ਕਿਹਾ ਹੁਣ ਕੱਲ ਨੂੰ ਇਹ ਕਿਤਾਬਾਂ ਤੇ ਇਹਨਾਂ ਦੀਆਂ ਚੱਲਦੀਆਂ ਰਹਿਣੀਆਂ। ਉਹੀ ਗੱਲ ਹੈ, ਇੱਕ ਵਾਰੀ ਤੇਰੀ ਵਾਰੀ, ਇੱਕ ਵਾਰੀ ਮੇਰੀ ਵਾਰੀ, ਆਪਾਂ ਵਾਰੀਆਂ ਭੁਗਤਾਉਂਦੇ ਰਹਿਣਾ। ਅਸਲੀ ਅਸਰ ਕਿਤੇ ਹੋਣਾ ਹੈ ਆਮ ਜਨਤਾ ਦੇ ਉੱਤੇ, ਜਿਹੜਾ ਟੈਕਸ ਪੇਅਰ। ਕਲਸੀ ਸਾਹਿਬ, ਮੈਂ ਟੈਕਸ ਪੇਅਰ ਦੀ ਤੁਸੀਂ ਗੱਲ ਕੀਤੀ ਹੈ, ਮੈਂ ਹੁਣ ਟੈਕਸ ਤੇ ਥੋੜਾ ਜਿਹਾ ਆਉਣ ਲੱਗਿਆ। ਟੈਕਸ ਸਰਕਾਰਾਂ ਨੇ ਜਿਹੜਾ ਪਿਛਲੇ ਸਾਲ ਤਕਰੀਬਨ 9 ਮਹੀਨੇ ਮੇਰੇ ਖਿਆਲ CERB ਜਿਹੜਾ ਦਿੱਤਾ ਸੀਗਾ, ਉਹਦੇ 'ਚ ਉਹਨਾਂ ਨੇ ਇੱਕ ਚੀਜ਼ ਅਲਾਉ ਕੀਤੀ ਕਿ ਤੁਸੀਂ ਜਿਹੜਾ CERB ਮਿਲ ਰਿਹਾ ਅਤੇ ਤੁਸੀਂ ਹੋਰ ਸਾਈਡ 'ਤੇ ਕੰਮ ਵੀ ਕਰ ਸਕਦੇ ਹੋ। ਜੇ ਉਹ ਦੋਨੇ ਰਲਾ ਕੇ 38,000 ਹੋ ਜਾਂਦੇ ਆ, ਅਤੇ ਜਿਹੜਾ ਉਦੋਂ ਉੱਪਰਲਾ ਡਾਲਰ ਹੋਏਗਾ ਉਹਦਾ 50 ਪੈਸੇ ਸਰਕਾਰ ਲਏਗੀ। ਠੀਕ ਹੈ, ਬਿਲਕੁਲ ਬਿਲਕੁਲ। ਅੱਛਾ, ਉਹ ਪਿਛਲੇ ਸਾਲ ਸੀਗਾ, ਉਹ ਇਸ ਸਾਲ ਵੀ ਉਵੇਂ ਹੀ ਹੈ ਜਾਂ ਇਸ ਸਾਲ ਜੇ ਵੀ 38,000 ਹੀ ਹੈ, ਜਾਂ ਇਹ ਨੰਬਰ ਦੇ ਅੱਗੇ ਵਧਣ ਘਟਣ ਦੇ ਚਾਂਸਸ ਹੋ ਸਕਦੇ? ਦੇਖੋ ਜੀ, ਜਿਹੜੇ ਪਹਿਲੇ ਨੰਬਰ ਪਹਿਲੇ ਸਾਲ 'ਚ ਆਏ ਸੀਗੇ ਨਾ, ਉਹ ਅੱਧੇ ਤੋਂ ਜ਼ਿਆਦਾ ਨੰਬਰ ਤੇ ਭੁਲੇਖੇ ਨਾਲ ਆ ਗਏ ਸੀਗੇ। ਭੁਲੇਖਾ ਇਸ ਲਈ ਕਿਉਂਕਿ ਉਹਦੇ 'ਚ ਕੋਈ ਬਹੁਤੀ ਡਿਊ ਡਿਲੀਜੈਂਸ ਨਹੀਂ ਕੀਤੀ, ਬੈਠ ਕੇ ਉਹਨਾਂ ਡਿਬੇਟ ਨਹੀਂ ਕੀਤੀਆਂ। ਮੰਨ ਲਓ ਤੁਸੀਂ ਪ੍ਰਾਈਮ ਮਿਨਿਸਟਰ ਹੋ, 5 ਤੁਹਾਡੇ AD ਇਕੱਠੇ ਹੋਏ, ਉਹਨਾਂ ਨੇ ਕਿਹਾ ਨੱਥ ਸਾਹਿਬ ਕੱਲ੍ਹ ਅਸੀਂ ਆਪਾਂ ਇੰਝ ਕਰ ਦਈਏ, ਉਹ ਕਹਿੰਦੇ ਭਾਈ ਕਰ ਦਿੰਦੇ, ਕੋਈ ਗੱਲ ਨਹੀਂ। ਕਹਿਣ ਦਾ ਮਤਲਬ ਸਿਰਫ ਇਹ ਹੈ, ਹਰ ਕੰਮ ਦੇ ਉੱਤੇ ਇੱਕ ਵਾਚ ਡੌਗ ਹੁੰਦਾ, ਜਿਹੜਾ ਕਿ ਤੁਸੀਂ ਇੱਕ ਚੀਜ਼ ਲਿਆਉਣੀ ਚਾਹੁੰਦੇ ਹੋ, ਪਹਿਲਾਂ ਦੱਸਦਾ ਇਹ 'ਚ ਖਾਮੀਆਂ ਕੀ ਹੈ, ਇਹ 'ਚ ਠੀਕ ਕੀ ਹੈ। ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ, ਲਾਸਟ ਈਅਰ ਇਹ ਹੋਇਆ ਸੀ ਕਿ ਜੇ ਤੁਹਾਡੀ 5,000 ਦੀ ਇਨਕਮ ਹੈ, ਤੁਸੀਂ ਸਰਬ ਨੂੰ ਅਪਲਾਈ ਕਰ ਸਕਦੇ। ਉੱਥੇ ਗਲਤੀ ਗਵਰਨਮੈਂਟ ਇਹ ਕਰ ਗਈ, ਉਹਨੇ ਇਹ ਨਹੀਂ ਦੱਸਿਆ ਕਿ ਗ੍ਰੋਸ ਹੈ ਜਾਂ ਨੈਟ ਹੈ। ਦੈਟਸ ਰਾਈਟ, ਹਾਂ ਬਿਲਕੁਲ, ਹਾਂਜੀ। ਹੁਣ ਜਿਸ ਵੇਲੇ ਉਹ ਗੱਲ ਬਾਹਰ ਆਈ ਕਿ ਅਸੀਂ ਤੇ ਨੈਟ ਕਿਹਾ, ਗ੍ਰੋਸ ਸੇ ਤੁਸੀਂ ਤੇ ਗ੍ਰੋਸ ਸੇ ਲੈ ਲਈ ਹੈ ਤੇ ਤੁਹਾਨੂੰ ਤੇ ਪੈਨਲਟੀ ਲੱਗੇਗੀ, ਸਭ ਕੁਝ ਹੋਏਗੀ, ਲੋਕਾਂ ਨੇ ਚੀਕਾਂ ਪਾਣੀਆਂ। ਜਦੋਂ ਮਾਰੀਆਂ, ਗਵਰਨਮੈਂਟ ਨੇ ਉਹਨਾਂ ਨੂੰ ਸਾਰਿਆਂ ਨੂੰ ਬੰਦ ਕਰਨ ਲਈ ਕਹਿਤਾ ਵੀ ਚਲੋ ਇਹ ਤਾਂ ਮਾਫ ਕਰ ਦਿੱਤਾ। ਉਹ ਇਵਨ ਜਿਹੜਾ ਪੈਨਲਟੀ ਲਾਈ ਵੀ ਸੀ ਉਹ ਵਾਪਸ ਭੇਜੀ ਆ ਉਹਨਾਂ ਨੇ, ਜਿਨ੍ਹਾਂ ਨੇ। ਉਹੀ ਗੱਲ ਆ ਗਈ ਨਾ, ਜਿਹੜੇ ਇਸ ਮੁੱਦੇ ਤੇ ਅਸੀਂ ਗੱਲ ਕਰੀਏ, ਜਾਂ ਤੇ ਉਸ ਲੈਵਲ ਤੇ ਗਵਰਨਮੈਂਟ ਨੂੰ ਇੱਕਦਮ ਰਿਜ਼ਾਈਨ ਕਰਨਾ ਪੈਣਾ ਸੀਗਾ ਵੀ ਐਡੀ ਵੱਡੀ ਦੀ ਗਲਤੀ ਕਿਵੇਂ ਕੀਤੀ, ਪਰ ਉਹ ਆਪਣੇ ਰੈਜ਼ਿਗਨੇਸ਼ਨ ਨੂੰ ਬਚਾਉਣ ਦੀ ਖਾਤਰ ਉਹਨਾਂ ਨੇ ਕਿਹਾ ਮਾਫੀ ਦੇ ਦਿਓ। ਸੋ ਉਹ ਤੇ ਮਿਲ ਗਈ ਮਾਫੀ। ਇਸ ਸਾਲ ਦੇ ਵਿੱਚ ਬੜੀਆਂ ਤਬਦੀਲੀਆਂ ਆਣੀਆਂ। ਪਿਛਲੇ ਸਾਲ ਤੁਹਾਨੂੰ ਯਾਦ ਹੋਣਾ 40,000 ਦਾ ਲੋਨ ਦਿੱਤਾ ਸੀ ਸਮਾਲ ਬਿਜ਼ਨਸ ਨੂੰ, ਉਸ ਤੋਂ ਬਾਅਦ 20,000 ਦਾ ਲੋਨ ਦਿੱਤਾ ਸੀ, 60,000 ਲੋਨ ਦਿੱਤੇ ਸੀਗੇ। ਉਹ 60,000 ਲੋਨ ਇਸ ਲਈ ਦਿੱਤੇ ਗਏ ਸੀਗੇ ਤਾਂ ਕਿ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਬਿਜ਼ਨਸ ਨੂੰ ਚੱਲਦਾ ਰੱਖੋ। ਠੀਕ ਹੈ, ਪਰ ਉਹ ਬਿਜ਼ਨਸ ਚੱਲਦੇ ਹੀ ਨਹੀਂ ਰਹੇ, ਉਹ ਬਿਜ਼ਨਸ ਹੌਲੀ ਹੌਲੀ ਖਤਮ ਹੁੰਦੇ ਚਲੇ ਗਏ। ਉਹ ਲੋਕਾਂ ਨੇ ਉਹ ਪੈਸਾ ਕਿਸੇ ਹੋਰ ਬੰਨਿਆਂ 'ਚ ਖਰਚ ਕਰ ਲਿਆ ਜਾਂ ਆਪਣੇ ਦੂਸਰੀਆਂ ਜ਼ਰੂਰਤਾਂ ਪੂਰੀਆਂ ਕਰ ਲਈਆਂ। ਸੋ ਕਹਿਣ ਦਾ ਮਤਲਬ ਉੱਥੇ ਵੀ ਗਵਰਨਮੈਂਟ ਧੋਖਾ ਖਾ ਗਈ। ਉਹਨਾਂ ਨੇ ਉਸ ਪੈਸੇ ਨੂੰ ਪ੍ਰੋਪਰ ਰੈਗੂਲਾਈਜ਼ ਨਹੀਂ ਕੀਤਾ, ਇਹ ਕਿੱਥੇ ਲੱਗਣਾ ਚਾਹੀਦਾ ਤੇ ਇਹਦਾ ਐਵੀਡੈਂਸ ਸਾਨੂੰ ਕੀ ਚਾਹੀਦਾ। ਮੈਂ ਐਸੇ ਲੋਕਾਂ ਨੂੰ ਵੀ ਜਾਣਦਾ ਜਿਨ੍ਹਾਂ ਨੇ ਉਹ 40 ਜਾਂ 60 ਲੈ ਕੇ ਘਰ ਬੁੱਕ ਕਰਤਾ। ਹੁਣ ਪੁਆਇੰਟ ਇਹ ਨਹੀਂ ਹੈਗਾ, ਹੁਣ ਅਗਲੀ ਵੱਡੀ ਗੱਲ ਜਿਹੜੀ ਸਮੱਸਿਆ ਖੜੀ ਇਹ ਹੋਣੀ ਹੈ ਕਿ ਦਸੰਬਰ 22 ਤੱਕ ਉਹ ਪੈਸਾ ਵਾਪਸ ਕਰਨਾ ਹੈ। ਹੁਣ ਸਾਡੇ ਕੋਲ ਕੁਐਰੀਜ਼ ਕੀ ਆ ਰਹੀਆਂ ਕਿ ਕਲਸੀ ਸਾਹਿਬ ਮੈਂ ਪੈਸੇ ਨਾ ਦੇਣੇ ਪੈਣ, ਮੈਂ ਕੀ ਕਰ ਸਕਦਾ? ਲੈ ਤੇ ਲਿਆ, ਤੁਹਾਨੂੰ ਪਤਾ ਹੈ ਇੱਕ ਅਬੂਬਲ ਸੁਭਾਅ ਹੈ ਕਿ ਮੈਨੂੰ ਚੀਜ਼ ਮੁਫਤ ਚਾਹੀਦੀ, ਤੇ ਜੇ ਮੈਂ ਤੁਹਾਨੂੰ ਮੁਫਤ ਦੇਣ ਲੱਗਦਾ ਕਦੇ ਤੇ 2 ਦੇ ਦੇ ਯਾਰ। ਸਹੀ ਗੱਲ ਹੈ, ਫਿਰ ਦੇਖੋ ਮੁਫਤ ਤਾਂ ਲੱਗੇ ਹੈ ਤਾਂ 2 ਕਿਉਂ ਨਹੀਂ? ਗੱਲ ਉੱਥੇ ਆ ਗਈ। ਹੁਣ ਵੱਡੀ ਗੱਲ ਇਹ ਕੁਐਸਚਨ ਮਾਰਕ ਖੜਾ ਹੋ ਗਿਆ ਹੈ ਕਿ ਜੀ ਅਗਲੇ ਸਾਲ ਦਸੰਬਰ 'ਚ ਅਸੀਂ ਪੈਸੇ ਦੇਣੇ ਤੇ ਕੀ ਕਰੀਏ ਹੁਣ, ਜਿਹਦੇ ਨਾਲ ਕੋਈ ਇਹੋ ਜਿਹਾ ਹੀਲਾ ਵਸੀਲਾ ਹੋਵੇ ਜਿਸ ਨਾਲ ਇਹ ਪੈਸੇ ਸਾਨੂੰ ਨਾ ਦੇਣੇ ਪੈਣ। ਸੋ ਕਿਉਂਕਿ ਸਾਡਾ ਬਿਜ਼ਨਸ ਹੈ, ਸਾਡਾ ਕੰਮ ਇਹੋ ਜਿਹਾ ਹੈ ਕਿ ਸਾਨੂੰ ਸਹੀ ਐਡਵਾਈਸ ਦੇਣੀ ਪੈਂਦੀ।
ਔਰ ਸਾਨੂੰ ਉਸ ਲੈਵਲ ਦੇ ਉੱਤੇ ਅਸੀਂ ਪਹਿਲੀ ਗੱਲ ਤੇ ਨਾਸਾ ਮੈਂ ਜ਼ਰੂਰ ਕਨਫਰਮ ਕਰਦਾ ਕਿ ਸਾਡੇ ਆਫਿਸ 'ਚ ਜੇ ਕੋਈ ਕੰਮ ਹੁੰਦਾ ਤੇ ਸਿਰਫ ਲੀਗਲ ਫਰੇਮਵਰਕ 'ਚ ਹੁੰਦਾ। Yeah. ਕਹਿਣ ਦਾ ਮਤਲਬ ਅਸੀਂ ਪੁੱਠਾ ਸਿੱਧਾ ਕੰਮ ਨਹੀਂ ਕਰਦੇ ਵੀ ਆਹ ਵੀ ਕਰ ਲਈਏ, ਆਹ ਵੀ ਕਰ ਲਈਏ, ਆਹ ਵੀ ਕਰ ਲਈਏ। ਜੇ ਕਿਸੇ ਲੀਗਲ ਬੇਸ ਦੇ ਉੱਤੇ ਤੁਹਾਡੀ ਅਸੀਂ ਮਦਦ ਕਰ ਸਕਦੇ ਹਾਂ 100% ਕਰ ਸਕਦੇ ਹਾਂ, ਕਿਉਂਕਿ ਉਹਦੇ 'ਚ ਅਸੀਂ ਕੋਈ ਚੋਰੀ ਨਹੀਂ ਕਰ ਰਹੇ, ਕੋਈ ਗਲਤੀ ਨਹੀਂ ਕਰ ਰਹੇ। ਹਾਂਜੀ ਜੋ ਸਾਨੂੰ ਲੀਗਲ ਅਵੇਲੇਬਲ ਹੈ ਵੀ ਕੈਨ ਡੂ ਇਟ। ਬਾਕੀ ਉਹ ਇਸ ਨੋਟ ਦੇ ਉੱਤੇ ਇਹ ਸਿਚੁਏਸ਼ਨ ਜਿਹੜੀ ਬਹੁਤ ਸਾਰੇ ਲੋਕਾਂ ਦੀ ਆਣੀ ਹੈ, ਇੰਡੀਵਿਜੂਅਲ ਕੇਸ ਬਾਈ ਕੇਸ ਅਸੀਂ ਜ਼ਰੂਰ ਹੈਲਪ ਕਰ ਸਕਦੇ ਹਾਂ ਲੋਕਾਂ ਦੀ, ਪਰ ਇਟ ਡਿਪੈਂਡਸ ਔਨ ਕੇਸ ਟੂ ਕੇਸ ਕਿ ਤੁਹਾਡਾ ਕੇਸ ਕੀ ਹੈ, ਕਿਵੇਂ ਦੀ ਤੁਹਾਡੀ ਪ੍ਰੋਬਲਮ ਹੈ, ਤੁਸੀਂ ਕਿਸ ਸਿਚੁਏਸ਼ਨ 'ਚ ਹੋ। ਸੋ ਥੀਸ ਕਾਈਂਡ ਆਫ ਥਿੰਗਸ ਕੁਡ ਬੀ ਲੁਕਡ ਆਫਟਰ ਆਲਸੋ। ਬਿਜ਼ਨਸ ਮੇਰੇ ਕੋਲ ਹੁਣ ਇੱਕ ਹੋਰ ਮਨ ਚਾਹੀਏ ਹੈ ਮੇਰੇ ਸਵਾਲ, ਸੌਰੀ ਹੋ ਸਕਦਾ ਕਈ ਵਾਰੀ ਮੇਰੇ ਸਵਾਲ ਥੋੜੇ ਜਿਹੇ ਗਲਤ ਹੋਣ। ਨਹੀਂ ਜਾਂ ਇਸ ਪੈਂਡੈਮਿਕ ਦੇ ਦੌਰਾਨ ਜਿਹੜੀਆਂ ਵੱਡੀਆਂ ਫਰਮਸ ਨੇ ਉਹ ਹੋਰ ਵੱਡੀਆਂ ਹੋ ਗਈਆਂ ਨੇ, ਬਿਲਕੁਲ ਐਮਾਜ਼ਾਨ ਹੋ ਗਿਆ, ਵਾਲਮਾਰਟ ਹੋ ਗਿਆ, ਕਾਸਟਕੋ ਹੋ ਗਿਆ, ਇਹਨਾਂ ਦੇ ਬਹੁਤ ਵੱਡੇ ਵੱਡੇ ਖਾਸ ਕਰਕੇ ਆਨਲਾਈਨ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੋਣ ਲੱਗ ਪਈ ਹੈ। ਤੁਹਾਨੂੰ ਲੱਗਦਾ ਹੈ ਕਿ ਜਿਹੜਾ ਰੀਟੇਲ ਇਨ ਪਰਸਨ ਬਿਜ਼ਨਸ ਹੈਗਾ ਜੋ ਹੁਣ ਤੋਂ 2 ਸਾਲ ਪਹਿਲਾਂ ਸੀਗਾ, ਲੋਕ ਪਲਾਜ਼ਾ ਜਾਂਦੇ ਸੀਗੇ, ਉੱਥੇ ਜਾ ਕੇ ਖਰੀਦ ਫਰੋਖਤ ਕਰਦੇ ਹੁੰਦੇ ਸੀਗੇ, ਤੁਹਾਨੂੰ ਲੱਗਦਾ ਮੁੜ ਕੇ ਉਸ ਜਗ੍ਹਾ ਤੇ ਆਏਗਾ ਕਿ ਲੋਕ ਇਸ ਗੱਲ ਤੇ ਹੀ ਪੱਕੇ ਹੋ ਜਾਣਗੇ ਵੀ ਹਰ ਚੀਜ਼ ਆਨਲਾਈਨ ਹੀ ਲੈ ਲਈ ਜਾਵੇ? ਨਾ ਸਰ, ਗੱਲ ਹੁਣ ਇਹ ਹੈ ਕਿ ਇਹਨੂੰ ਆਪਾਂ ਕਹਿੰਦੇ ਬਿਜ਼ਨਸ ਮਾਡਲ। ਪਹਿਲਾਂ ਇੱਕ ਬਿਜ਼ਨਸ ਮਾਡਲ ਸੀ, ਅਸੀਂ ਪਲਾਜ਼ੇ ਜਾਈਦਾ ਸੀਗਾ ਤੇ ਚੀਜ਼ਾਂ ਬਾਏ ਕਰੀਦੀਆਂ ਸੀ, ਕਿ ਲਿਆ ਕੇ ਘਰ ਟਰਾਈ ਕਰੀਦੀਆਂ ਸੀ, ਫਿਰ ਜੇ ਨਹੀਂ ਪਸੰਦ ਆਣੀ ਵਾਪਸ ਕਰਨ ਜਾਈਦਾ। ਇਹ ਸਾਰੇ ਦੌਰਾਨ ਦੇ ਵਿੱਚ ਇੱਕ ਵਾਰੀ ਸ਼ਾਪਿੰਗ ਕਰਨ ਦਾ ਐਵਰੇਜਲੀ 2-2.5 ਘੰਟੇ ਦਾ ਸਾਡਾ ਖਰਚਾ ਹੁੰਦਾ ਸੀਗਾ। 2.5 ਘੰਟੇ ਮਤਲਬ ਸਾਡੀ ਲੇਬਰ ਲੱਗਦੀ ਸੀ, ਜਾਣਾ ਆਉਣਾ, ਗੈਸ ਖਰਚ ਕਰਨੀ, ਫਿਰ ਟਾਈਮ ਕੱਢਣਾ, ਸੋ ਇਹ ਸਭ ਚੀਜ਼ਾਂ ਸੀ। ਥੋੜਾ ਲਾਇਆ ਜੀ ਤੁਸੀਂ, ਸੌਰੀ ਮੈਂ ਅਗੇਂਸਟ ਨਹੀਂ ਆ ਕਿਸੇ ਦੇ, ਲੇਡੀਜ਼ ਨੂੰ ਥੋੜਾ ਸਮਾਂ ਇਹ ਤੋਂ ਜ਼ਿਆਦਾ ਚਾਹੀਦਾ। ਤੁਸੀਂ ਤਾਂ ਆਹ ਤਾਂ ਕੰਮ ਇਉਂ ਕਰਤਾ ਵੀ ਤੁਸੀਂ ਮਾਲ ਦੇ ਚ ਗੇੜਾ ਕਢਾ ਕੇ ਵਾਪਸ ਲੈ ਆਉਣਾ, ਇਹਨਾਂ ਨਾਲ ਗੱਲ ਨਹੀਂ ਬਣਦੀ ਆ। ਦੇ ਦਰਅਸਲ ਗੱਲ ਇਹ ਸੀ 2-2.5 ਘੰਟੇ ਮੇਰੇ ਕਹਿਣ ਦਾ ਮਤਲਬ ਸੀ 8 ਘੰਟਿਆਂ ਚ 2-2.5 ਘੰਟੇ ਇੱਧਰ ਨਿਕਲ ਗਏ ਤੇ ਕੁਆਟਰ ਚਲਾ ਗਿਆ, ਤੁਹਾਡੀ ਇੱਧਰ ਚਲਾ ਗਿਆ। ਪਰ ਹੁਣ ਕੀ ਹੋਇਆ, ਇਹ ਜਿਹੜੇ ਇਹ ਬਿਗ ਬਾਕਸ ਸਟੋਰ ਨੇ ਜਿਨ੍ਹਾਂ ਦਾ ਜ਼ਿਕਰ ਕੀਤਾ, ਇਹਨਾਂ ਨੇ ਏਡਾ ਵੱਡਾ ਇਨਫਰਾਸਟ੍ਰਕਚਰ ਬਣਾਤਾ ਹੈ। ਹੁਣ ਦੇਖੋ, ਬੁਰਾ ਨਾ ਮੰਨਣਾ, ਮੈਨੂੰ ਅੱਜ ਇੱਕ ਚੀਜ਼ ਚਾਹੀਦੀ, ਮੈਨੂੰ ਸ਼ਰਟ ਚਾਹੀਦੀ, ਮੈਨੂੰ ਕਿਸੇ ਵੀ ਮਾਲ ਤੇ ਜਾਣ ਦੀ ਲੋੜ ਨਹੀਂ, ਮੈਨੂੰ ਸਿਰਫ ਆਨਲਾਈਨ ਜਾ ਕੇ ਮੈਂ ਇੱਕ ਸ਼ਰਟ ਸਿਲੈਕਟ ਕਰਨੀ ਹੈ ਔਰ ਮੈਂ ਆਰਡਰ ਕੀਤਾ ਤੇ ਸ਼ਾਮ ਨੂੰ ਸ਼ਰਟ ਮੇਰੇ ਘਰ ਆ ਜਾਣੀ ਹੈ। ਸ਼ਰਟ ਪਾਉਣ ਤੋਂ ਬਾਅਦ ਮੈਂ ਦੇਖਣਾ ਮੈਨੂੰ ਪਸੰਦ ਹੈ ਜਾਂ ਨਹੀਂ ਹੈ, ਜੇ ਨਹੀਂ ਪਸੰਦ ਮੈਂ ਵਾਪਸ ਕਰਨੀ, ਨੋ ਕੁਐਸਚਨ ਆਸਕ, ਉਹਨਾਂ ਨੇ ਰੀਫੰਡ ਕਰ ਦੇਣਾ। ਸੋ ਜਦੋਂ ਇਹੋ ਜਿਹੀ ਚੀਜ਼ ਨੂੰ ਤੁਹਾਨੂੰ ਫੈਸਿਲਿਟੇਟ ਕਰਤਾ ਜਾਏ, ਭਾਵੇਂ ਅਸੀਂ ਪੜ੍ਹੇ ਲਿਖੇ ਹੋਈਏ, ਭਾਵੇਂ ਨਾ ਹੋਈਏ, ਭਾਵੇਂ ਅਸੀਂ ਕਿੰਨੇ ਵੀ ਪ੍ਰੋ ਹੋਈਏ ਕਿ ਨਹੀਂ ਮਾਰਕੀਟਿੰਗ ਇਸ ਤਰ੍ਹਾਂ ਹੋਣੀ ਚਾਹੀਦੀ ਹੈ, ਪਰ ਜਦੋਂ ਤੁਹਾਨੂੰ ਇਹ ਸਹੂਲਤ ਘਰ ਬੈਠੇ ਮਿਲਦੀ ਪਈ ਹੈ, ਤੁਸੀਂ ਕਿਉਂ ਉਹਨੂੰ ਲਾਓਗੇ? ਸੋ ਟੈਕਨੀਕਲੀ ਤੁਸੀਂ ਦੇਖ ਲੈਣਾ, ਅਮਰੀਕਾ 'ਚ ਆਲਰੇਡੀ ਹੋ ਰਿਹਾ ਹੈ, ਆਲਮੋਸਟ 30% ਮਾਲ ਜਿਹੜੇ ਆ ਬੰਦ ਹੋ ਰਹੇ ਨੇ, ਉਹਨਾਂ ਦੇ ਵਿੱਚ ਕੋਈ ਬਿਜ਼ਨਸ ਨਹੀਂ ਰਹਿ ਜਾਣਾ, ਕਿਉਂਕਿ ਉਸ ਨੂੰ ਆਪਰੇਟ ਕਰਨ ਦਾ, ਉਸ ਨੂੰ ਸੰਭਾਲਣ ਦਾ ਬੜਾ ਵੱਡਾ ਕੰਮ ਹੈ ਇੱਕ, ਉਹਦੇ ਲਈ ਰੈਵਨਿਊ ਚਾਹੀਦਾ, ਔਰ ਉਹ ਰੈਵਨਿਊ ਜਿਹੜਾ ਹੈ ਹੁਣ ਰੀਟੇਲ ਮਾਰਕੀਟ 'ਚੋਂ ਇਹ ਵੱਡੇ ਸਾਰੇ ਬਾਕਸਿਸ ਜਿਹੜੇ ਨੇ ਉਹ ਲੈ ਗਏ, ਔਰ ਇਸ ਵਜ੍ਹਾ ਕਰਕੇ ਮਾਰਕੀਟ ਦੇ ਉੱਤੇ ਇੰਨਾ ਅਸਰ ਹੋਇਆ ਜੇ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਔਰ ਆਉਣ ਵਾਲੇ ਟਾਈਮ 'ਚ ਇਹ ਅਸਰ ਹੋਰ ਡੂੰਘਾ ਹੋਏਗਾ। ਸੋ ਸਾਨੂੰ ਸਾਰਿਆਂ ਨੂੰ ਆਪੋ ਆਪਣੇ ਬਿਜ਼ਨਸ ਜਿਹੜੇ ਵੀ ਕਾਰੋਬਾਰ 'ਚ ਅਸੀਂ ਹੈਗੇ ਆ, ਸਾਨੂੰ ਰੀਵਿਜ਼ਿਟ ਕਰਕੇ ਆਪਣੇ ਆਪ ਨੂੰ ਨਵੀਂ ਲਹਿਰ ਦੇ ਮੁਤਾਬਕ ਆਪਣੇ ਆਪ ਨੂੰ ਪੋਜੀਸ਼ਨ ਕਰਨ ਦੀ ਲੋੜ ਹੈ। ਜੇ ਮੰਨ ਲਓ ਮੇਰਾ ਡੀਟੇਲ ਦਾ ਜ਼ਿਆਦਾ ਕੰਮ ਸੀਗਾ ਨਾ, ਮੰਨ ਲਓ ਰੈਸਟੋਰੈਂਟ ਦਾ ਸੀਗਾ, ਮੈਂ ਹੁਣ ਜ਼ਿਆਦਾ ਇਹ ਸੋਚਾਂ ਕਿ ਟੇਕ ਹੋਮ ਤੇ ਉਹਨਾਂ ਦੇ ਮੈਂ ਘਰ ਡਿਲੀਵਰੀ ਦਾ ਕਿਵੇਂ ਕਰ ਸਕਦਾ ਜਿਹੜਾ ਐਫੀਸ਼ੀਐਂਟ ਤੋਂ ਐਫੀਸ਼ੀਐਂਟ ਹੋਵੇ, ਬਜਾਏ ਇਹੋ ਹੀ ਸੋਚੀਏ ਕਿ ਉਹ ਮੇਰੇ ਕੋਲ ਆਉਣ। ਤੁਸੀਂ ਸੋਚੋ ਮੈਂ ਤੁਹਾਡੇ ਕੋਲ ਕਿਵੇਂ ਪਹੁੰਚ ਸਕਦਾ। ਸੋ ਇਹ ਜਿਹੜਾ ਇੱਕ ਨਜ਼ਰੀਆ ਹੈ ਨਾ, ਹਰ ਬਿਜ਼ਨਸ ਦਾ ਆਪੋ ਆਪਣਾ ਤਰੀਕਾ ਹੋਏਗਾ, ਪਰ ਇਹ ਨਜ਼ਰੀਆ ਨਿਹਾਇਤ ਜ਼ਰੂਰੀ ਹੈ ਕਿ ਹੁਣ ਸਾਨੂੰ ਫੋਲੋ ਕਰਨ ਦੀ ਲੋੜ ਹੈ। ਔਰ ਮੈਂ ਤਕੀਦ ਕਰਾਂਗਾ ਤੁਹਾਨੂੰ ਸਾਰਿਆਂ ਨੂੰ, ਜਿਹੜੇ ਵੀ ਵਿਊਅਰਸ ਇਸ ਵੇਲੇ ਦੇਖ ਰਹੇ ਹੋ, ਆਉਣ ਵਾਲਾ ਟਾਈਮ ਜਿਹੜਾ ਹੈ ਸਿਰਫ ਇੱਕ ਚੀਜ਼ ਦਾ ਹੈ, ਔਰ ਉਹ ਚੀਜ਼ ਕੀ ਹੈ? ਟੈਕਨੋਲੋਜੀ। ਜਿਸ ਦੇ ਵਿੱਚ ਟੈਕਨੋਲੋਜੀ ਹੈਗੀ ਹੈ, ਭਾਵੇਂ ਉਹ ਤੁਸੀਂ ਆਨਲਾਈਨ ਸ਼ਾਪਿੰਗ ਕਰ ਲਓ ਜਾਂ ਕੋਈ ਤੁਸੀਂ ਇੰਟਰਨੈਟ ਦੀ ਗੱਲ ਕਰ ਲਓ, ਉਹ ਬਿਜ਼ਨਸ ਜਿਹੜੇ ਉਹ ਕੱਲ ਨੂੰ ਪ੍ਰਭਾਵਸ਼ਾਲੀ ਹੋਣਗੇ, ਯਾਨੀ ਫੁੱਲਣ ਵਧਣਗੇ। ਬਾਕੀ ਜੇ ਅਸੀਂ ਉਹ ਪੁਰਾਣੀ ਖੇਡ 'ਚ ਲੱਗੇ ਰਹੇ, ਅਸੀਂ ਹੌਲੀ ਹੌਲੀ ਜਿਹੜੇ ਆ ਫੇਡ ਆਊਟ। ਤੁਸੀਂ ਜਿਹੜੀ ਪੁਰਾਣੀ ਖੇਡ ਦੀ ਗੱਲ ਕੀਤੀ ਹੈ, ਜਿਹੜੇ ਧੰਦੇ ਨਾਲ ਸਾਡੀ ਕਮਿਊਨਿਟੀ ਦਾ ਬਹੁਤ ਜ਼ਿਆਦਾ ਸੰਬੰਧ ਹੈਗਾ, ਉਹਦੀ ਗੱਲ ਕਰ ਲਵਾਂਗਾ ਕਿ ਉਹਨੇ ਟੈਕਨੋਲੋਜੀ ਨੇ ਉਹ ਜਿਹੜੀ ਇੰਡਸਟਰੀ ਆ ਆਲਮੋਸਟ ਐਟ ਦ ਬ੍ਰਿੰਕ ਆਫ ਉੱਤੇ ਲੈ ਆਂਦੀ ਹੈ। ਮੈਂ ਕੈਬ ਇੰਡਸਟਰੀ ਦੀ ਗੱਲ ਕਰਦਾ, ਤੁਸੀਂ ਇਮੈਜਿਨ ਕਰੋ ਕੈਬ ਇੰਡਸਟਰੀ ਦੇ ਵਿੱਚ
ਜਿਹੜੀ ਈਵਨ ਜਿਹੜੀ ਪਲੇਟ ਜਿਹਨੂੰ ਆਪਾਂ ਕਹਿੰਦੇ ਆ 에ਅਰਪੋਰਟ ਦੀ ਮਿਲੀਅਨ ਡਾਲਰ ਦੇ ਨੇੜੇ ਤੱਕ ਕਹਿੰਦੇ ਸੀਗੇ, ਚਾਹੇ ਵਿਕੇ ਜਾਂ ਨਹੀਂ ਵਿਕੀ। ਸਿਟੀ ਦੀਆਂ 2.5 ਲੱਖ ਦੀਆਂ 5 ਲੱਖ ਦੇ ਤੱਕ ਇੱਕ ਪਲੇਟ ਵਿਕਦੀ ਰਹੀ ਹੈ, ਜਿਹੜੀ ਇਸ ਵੇਲੇ ਉਹਦੀ ਉਸ ਦੇ ਮੁਕਾਬਲੇ ਕੁਛ ਵੀ ਨਹੀਂ ਰਹੀ ਹੈ। ਔਰ ਜਦੋਂ ਦੀ ਉਹ ਐਪ ਵਾਲੀਆਂ ਸਰਵਿਸਿਜ਼ ਆ ਗਈਆਂ ਨੇ, ਊਬਰ ਆ ਗਿਆ, ਲਿਫਟ ਆ ਗਿਆ, ਜਾਂ ਤੁਸੀਂ ਉਹ ਦੇਖੋ ਜਿਹੜੀ ਕੈਬ ਇੰਡਸਟਰੀ ਆ ਉਹ ਇਸ ਵਾਸਤੇ ਤਿਆਰ ਹੀ ਨਹੀਂ ਸੀ ਕਿ ਕੱਲ੍ਹ ਨੂੰ ਜੇ ਐਸੀ ਕੋਈ ਗੱਲ ਹੋ ਜਾਵੇ ਤਾਂ ਅਸੀਂ ਫੇਰ ਕੀ ਕਰਾਂਗੇ। ਔਰ ਜੋ ਬਰਾਬਰ ਹੋਰ ਐਸੀ ਇੰਡਸਟਰੀ ਆਈ ਹੈ ਜਿਹਨੇ ਉਹਨੂੰ ਖਤਮ ਕਰਤਾ, ਹੁਣ ਉਹਦੇ ਨਾਲ ਰਲ ਨਹੀਂ ਸਕਦੇ, ਐਸੀ ਗੱਲ ਚਲੀ ਹੋ ਗਈ ਹੈ। ਇਸ ਹਿਸਾਬ ਨਾਲ ਕੋਈ ਹੋਰ ਬਿਜ਼ਨਸਿਸ ਨੂੰ ਵੀ ਸ਼ਾਇਦ ਇਹੋ ਜਿਹੀਆਂ ਗੱਲਾਂ ਦਾ ਸਾਹਮਣਾ ਕਰਨਾ ਪਵੇ। ਕਲਸੀ ਸਾਹਿਬ, ਮਰਕਜ਼ ਸਾਹਿਬ ਤੇ ਤੁਸੀਂ ਗੱਲ ਕੀਤੀ ਹੈ ਨਾ ਕੈਬ ਇੰਡਸਟਰੀ ਦੀ, ਵੈਰੀ ਵੈਲਿਡ। ਦੇਖੋ ਇਹਦੇ ਪਿੱਛੇ ਵੀ ਇੱਕ ਥਿਊਰੀ ਹੈ। ਜਦੋਂ ਅਸੀਂ ਲੋਕ ਪਹਿਲਾਂ ਸ਼ੁਰੂ ਹੋਏ ਆ, ਸਾਡਾ ਸਾਰਿਆਂ ਦਾ ਪੇਂਡੂ ਪਿਛੋਕੜ ਸੀ। ਪੇਂਡੂ ਪਿਛੋਕੜ ਤੋਂ ਭਾਵ ਐਜੂਕੇਸ਼ਨ ਘੱਟ ਸੀਗੀ, ਪਰ ਅਸੀਂ ਮਿਹਨਤੀ ਲੋਕ ਸੀ। ਔਰ ਇੱਥੇ ਆ ਕੇ ਜਿਹੜਾ ਸਾਨੂੰ ਸਭ ਤੋਂ ਇੱਕ ਕਨਵੀਨੀਐਂਟ ਚੀਜ਼ ਲਈ, ਹਾਂਜੀ ਮੈਂ ਫਾਰਵਰਡ ਕਰ ਦਿਓ ਪਲੀਜ਼। ਔਰ ਇੱਕ ਮਿੰਟ ਠਹਿਰੋ, ਨਹੀਂ ਉਧਰ ਜਸ ਓਕੇ, अब ਤੁਸੀਂ ਆਪਣੀ ਗੱਲ ਜਾਰੀ ਰੱਖੋ। ਹਾਂਜੀ ਮੇਰਾ ਕਹਿਣ ਦਾ ਭਾਵ ਇਹ ਸੀ। ਕਾਲ ਹੁਣ ਮੈਂ ਠਹਿਰ ਜਾਓ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕਿੱਥੋਂ ਬੋਲ ਰਹੇ ਹੋ ਜੀ? ਟੋਰਾਂਟੋ ਵਿੱਚੋਂ। ਹਾਂਜੀ, ਕੀ ਸਵਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ ਪ੍ਰੋਗਰਾਮ ਸੁਣ ਰਹੇ ਸੀ, ਬਹੁਤ ਵਧੀਆ ਇਨਫੋਰਮੇਸ਼ਨ ਦੇ ਰਹੇ ਨੇ ਭਾਈ ਸਾਹਿਬ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਜੀ। ਥੈਂਕ ਯੂ ਜੀ। ਮੈਂ ਉਹ ਆਪਣੇ ਬਿਜ਼ਨਸ ਬਾਰੇ ਦੱਸ ਰਹੇ ਨੇ। ਮੈਂ ਪੁੱਛਣਾ ਸੀ ਜੀ, ਮੇਰੇ ਨੌਨ ਨੇ ਉਹਨਾਂ ਦਾ ਬਿਜ਼ਨਸ ਕੱਪੜੇ ਦਾ ਹੈਗਾ, ਕੱਪੜੇ ਸਟੋਰ ਹੈ ਜੀ। ਥੋੜਾ ਜਿਹਾ ਇਹਦੇ ਵਿੱਚ ਵੀ ਡਿਸਕਸ ਕਰ ਸਕਦੇ ਹੋ ਵੀ ਥੋੜਾ ਕੀ ਹਾਲਾਤ ਹੋ ਸਕਦੇ ਆ ਕੱਪੜੇ ਦਾ? ਜਿਹੜਾ ਖੁੱਲਾ ਕੱਪੜਾ ਵੇਚਦੇ ਨੇ ਜਾਂ ਜਿਹੜੇ ਬਣੇ ਬਣਾਏ ਕੱਪੜੇ? ਜੀ ਬਣੇ ਬਣਾਏ ਵੀ, ਖੁੱਲਾ ਵੀ। ਮੈਕਸੀ ਜਿਹੜਾ ਇੰਡੀਅਨ ਆਊਟਫਿਟ ਦਾ ਸਟੋਰ ਹੈਗਾ ਜੀ, ਉਹ ਕਿਸ ਤਰ੍ਹਾਂ ਹਾਲਾਤ ਹੋ ਸਕਦੇ ਆ ਜੀ? ਥੋੜਾ ਜਿਹਾ ਮਿਲ ਜੇ। ਥੈਂਕ ਯੂ। ਤੁਹਾਨੂੰ ਸਵਾਲ ਸੁਣ ਗਿਆ ਕਲਸੀ ਸਾਹਿਬ? ਮੇਰਾ ਖਿਆਲ ਕੋਈ ਕੱਪੜੇ ਦੇ ਸਿਲਸਿਲੇ 'ਚ ਗੱਲ ਕਰ ਰਹੇ ਸੀ। ਉਹਦਾ ਫਿਊਚਰ ਪੁੱਛਣਾ ਚਾਹੁੰਦੇ ਆ ਜੀ ਵੀ ਇਹਨਾਂ ਦਾ ਖੁੱਲੇ ਕੱਪੜਾ ਵੀ ਹੈ ਤੇ ਬਣੇ ਬਣਾਏ ਜਿਹੜੇ ਵੇਚਦੇ ਹੁੰਦੇ ਉਹ ਵੀ ਵੇਚਦੇ ਨੇ, ਤੇ ਉਹਦੇ ਬਾਰੇ ਕੋਈ ਤੁਸੀਂ ਕੋਈ ਸਲਾਹ ਦੇ ਸਕੋ ਇਹਨਾਂ ਨੂੰ? ਦੇਖੋ ਭੈਣ ਜੀ, ਮੈਂ ਤੇ ਸਿਰਫ ਇਹੋ ਹੀ ਕਹਿ ਸਕਦਾ ਹੈ ਕਿ ਅਸੀਂ ਕੋਈ ਇਹ ਜਿਹੜੀਆਂ ਗੱਲਾਂ ਕਰ ਰਹੇ ਹਾਂ ਨਾ, ਇਹਦਾ ਮਤਲਬ ਇਹ ਨਹੀਂ ਇਹ ਸਾਰਾ ਕੁਝ ਇਸੇ ਤਰ੍ਹਾਂ ਹੋਣਾ ਹੈ। ਅਸੀਂ ਇੱਕ ਦੂਰਅੰਦੇਸ਼ੀ ਨਾਲ ਗੱਲ ਕਰ ਰਹੇ। ਸਕਰੀਨ ਤੇ ਸੁਣੋ ਜੀ ਆਵਾਜ਼, ਸਕਰੀਨ ਤੇ ਜਵਾਬ ਸੁਣੋ। ਥੈਂਕ ਯੂ। ਸੋ ਮੈਂ ਫਿਰ ਰਿਪੀਟ ਕਰਾਂ, ਸ਼ਾਇਦ ਤੁਹਾਡਾ ਧਿਆਨ ਸੀ। ਭੈਣ ਜੀ, ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਜਿਹੜੀਆਂ ਗੱਲਾਂ ਕਰ ਰਹੇ ਹਾਂ ਨਾ, ਅਸੀਂ ਇੱਕ ਦੂਰਅੰਦੇਸ਼ੀ ਵਿਊ ਲੈਂਦੇ ਹੋਏ ਆਪਣੇ ਆਪ ਨੂੰ ਪਲਾਨ ਕਰਨ ਦੀ ਗੱਲ ਕਰ ਰਹੇ ਹਾਂ। ਕੱਲ ਸਵੇਰੇ ਨਾ ਤੇ ਕੱਪੜਾ ਵਿਕਣਾ ਬੰਦ ਹੋ ਜਾਣਾ ਹੈ, ਨਾ ਸੂਟ ਵਿਕਣੇ ਬੰਦ ਹੋ ਜਾਣੇ ਹੈ, ਸਭ ਕੁਝ ਉਸੇ ਤਰ੍ਹਾਂ ਹੱਲੇ ਚੱਲਣਾ ਹੈ। ਮਕਸਦ ਕਹਿਣ ਦਾ ਇਹ ਹੈ, ਜਿਹੜੀ ਚੀਜ਼ ਅੱਜ ਤੋਂ ਸਾਲ ਬਾਅਦ ਚਾਹਣੀ ਹੈ, ਜੇ ਅਸੀਂ ਅੱਜ ਤਿਆਰੀ ਕਰਾਂਗੇ ਨਾ ਥੋੜੀ ਜਿਹੀ ਆਪਣੇ ਆਪ ਨੂੰ ਬਦਲਣ ਦੀ, ਅਸੀਂ ਸਾਲ ਦੇ ਵਿੱਚ ਤਿਆਰ ਹੋਵਾਂਗੇ ਉਸ ਚੀਜ਼ ਦੇ ਵਿੱਚ ਵੜ ਕੇ ਮਿਕਸ ਹੋਣ। ਪਰ ਜੇ ਅਸੀਂ ਚੁੱਪ ਕਰਕੇ ਉਸੇ ਤਰ੍ਹਾਂ ਬੈਠੇ ਰਹਾਂਗੇ ਜਿਸ ਤਰ੍ਹਾਂ ਅੱਜ ਕਰ ਰਹੇ ਹਾਂ, ਤੇ ਹੋ ਸਕਦਾ ਜਦੋਂ ਨੂੰ ਸਾਲ ਬਾਅਦ ਅਸੀਂ ਬੈਠੇ ਹੋਈਏ, ਇਕੱਲੇ ਹੀ ਬੈਠੇ ਹੋਈਏ, ਸਾਡੇ ਕੋਲ ਕੋਈ ਆਵੇ ਵੀ ਨਾ। ਸੋ ਸਾਨੂੰ ਕੋਈ ਇਹੋ ਜਿਹਾ ਹੀਲਾ ਵਸੀਲਾ ਕਰਨਾ ਪਏਗਾ, ਕੋਈ ਅਟਰੈਕਸ਼ਨ ਪੈਦਾ ਕਰਨੀ ਪਏਗੀ ਤਾਂ ਕਿ ਮੈਂ ਆਪਣੇ ਬਿਜ਼ਨਸ ਨੂੰ ਅੱਗੇ ਹੋਰ ਤਰੀਕੇ ਨਾਲ ਚਲਾ ਸਕਾਂ। ਇਨ ਬਿਟਵੀਨ ਜੇ ਮੇਰਾ ਦਾਲ ਲੱਗੇਗਾ, ਮੈਂ ਥੋੜਾ ਜਿਹਾ ਆਪਣੇ ਆਪ ਨੂੰ ਚੇਂਜ ਕਰਾਂਗਾ, ਆਪਣੇ ਆਪ ਨੂੰ ਡਾਇਵਰਸਿਫਾਈ ਕਰਾਂਗਾ, ਯਾਨੀ ਕੋਈ ਹੋਰ ਚੀਜ਼ਾਂ ਨਾਲ ਐਡ ਕਰਾਂ, ਜਾਂ ਇਹ ਚੀਜ਼ਾਂ ਛੱਡ ਕੇ ਮੈਂ ਕੋਈ ਹੋਰ ਚੀਜ਼ਾਂ ਲਵਾਂ ਜਿਹੜੀਆਂ ਇਨ ਡਿਮਾਂਡ ਹੋ। ਸੋ ਇਹ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਰੱਖਦੇ ਹੋਏ ਜੇ ਤੁਸੀਂ ਆਪਣੇ ਆਪ ਨੂੰ ਪੋਜੀਸ਼ਨ ਕਰੋਗੇ, I think that would be wonderful. That's great. ਤੇ ਤੁਸੀਂ ਆਪਣੇ ਕੋਲ ਸਮਾਂ ਵੀ ਹੋ ਚੱਲਿਆ ਜੀ। ਮੈਂ ਕੈਬ ਇੰਡਸਟਰੀ ਦੀ ਥੋੜੀ ਜਿਹੀ ਗੱਲ ਕੀਤੀ। ਹਾਂਜੀ, ਮੈਂ ਉੱਥੇ ਆ ਰਿਹਾ। ਸੋ ਕੈਬ ਇੰਡਸਟਰੀ ਦੇ ਵਿੱਚ ਕੀ ਸੀ ਕਿ ਜਦੋਂ ਅਸੀਂ ਮਾਈਗ੍ਰੇਟ ਹੋਏ ਸ਼ੁਰੂ 'ਚ, ਅਸੀਂ ਲੋਕ ਪਿੰਡਾਂ ਤੋਂ ਆਏ ਸੀਗੇ, ਸਾਡੀ ਐਜੂਕੇਸ਼ਨ ਘੱਟ ਸੀਗੀ, ਤੇ ਸਾਨੂੰ ਜਿਹੜੇ ਬੈਸਟ ਜੌਬ ਉਸ ਵੇਲੇ ਲੱਗੀ ਟੈਕਸੀ ਇੰਡਸਟਰੀ ਲੱਗੀ। ਟੈਕਸੀ ਦਾ ਮਤਲਬ ਕਿ ਜਿਹਦੇ ਵਿੱਚ ਕੋਈ ਬਹੁਤੀ ਲੋੜ ਨਹੀਂ ਸੀ, ਈਵਨ ਯੈਸ ਨੋ ਹੀ ਕਹਿ ਦਿਓ ਤੇ ਕੰਮ ਚੱਲ ਜਾਂਦਾ ਸੀ। ਜੇ ਇੱਕ ਸਵਾਰੀ ਬੈਠੀ ਹੈ, ਯੈਸ ਸਰ ਕਿਹਾ, ਉਹ ਕਹਿੰਦਾ ਕਰੋਲ ਬਾਗ ਮੰਨ ਲਓ, ਤੁਸੀਂ ਤੁਹਾਨੂੰ ਪਤਾ ਕਰੋਲ ਬਾਗ ਕਿੱਥੇ, ਜਾਂ ਉਹਨੇ ਕਿਹਾ ਡਾਊਨ ਟਾਊਨ, ਤੁਹਾਨੂੰ ਪਤਾ ਡਾਊਨ ਟਾਊਨ ਕਿੱਥੇ। ਸੋ ਸਾਡਾ ਕੰਮ ਚੱਲਦਾ ਸੀ। ਪਰ ਹੁਣ ਜਿਵੇਂ ਤੁਸੀਂ ਆਪ ਕਿਹਾ, ਊਬਰ ਆ ਗਈ, ਲਿਫਟ ਆ ਗਈ, ਟੈਕਨੋਲੋਜੀ ਆ ਗਈ। ਅੱਜ ਦੀ ਡੇਟ 'ਚ ਸਭ ਤੋਂ ਪਹਿਲਾਂ ਤੇ ਮੈਂ ਇਹ ਸੁਣਿਆ ਉਹਨਾਂ ਮਾਂ ਪਿਓ ਨੂੰ ਦੇਣਾ ਚਾਹੁੰਦਾ ਜਿਨ੍ਹਾਂ ਦੇ ਬੱਚੇ ਅੱਜ ਯੂਨੀਵਰਸਿਟੀ ਕਾਲਜਿਸ ਜਾਣ ਵਾਲੇ। ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਕਹਿੰਦੇ ਸਾਨੂੰ ਕੋਈ ਰਾਈਟ ਗਾਈਡੈਂਸ ਨਹੀਂ ਮਿਲੀ ਕਿ ਬੱਚੇ ਕੀ ਕਰਨ। ਇੱਕ ਗੱਲ ਮੇਰੀ ਪੱਲੇ ਬੰਨ ਲੈਣਾ ਅੱਜ, ਕਿ ਆਉਣ ਵਾਲੇ 15 ਸਾਲ ਤੋਂ ਬਾਅਦ ਸਵਾਏ ਟੈਕਨੋਲੋਜੀ ਦੇ ਵਿੱਚ ਕਿਤੇ ਵੀ ਚੰਗੀ ਜੌਬ ਨਹੀਂ ਹੋ। ਚੰਗੀ ਜੌਬ ਦਾ ਮਤਲਬ ਇਹ ਨਹੀਂ ਕਿ ਪਲੰਬਰ ਨਹੀਂ ਹੋਏਗਾ, ਇਹ ਨਹੀਂ ਮਤਲਬ ਕਿ ਕੋਈ ਮਕੈਨਿਕ ਨਹੀਂ ਹੋਣ, ਸਭ ਹੋਣਗੇ। ਪਰ ਜੇ ਅਸੀਂ ਹਾਈ ਐਂਡ ਜੌਬ ਲੱਭਾਂਗੇ ਨਾ, ਜਿਹੜੀ ਕਹੀਏ 200,000 ਦੀ ਜੌਬ ਹੈ ਜਾਂ 300,000 ਦੀ ਜੌਬ ਹੈ, ਉਹ ਸਿਰਫ ਟੈਕਨੋਲੋਜੀ ਜੌਬਸ ਹੋਣ। ਅਸੀਂ ਦੇਖੋ ਅੱਜ ਮਾਂ ਪਿਓ ਜਿਹੜੇ ਅਸੀਂ ਲੋਕ ਆਏ ਆ ਨਾ, ਅਸੀਂ ਤੇ ਆਪਣੀ ਖੇਡ ਬੈਠੇ,
ਖੇਡ ਖੇਡਣ ਦਾ ਮਤਲਬ ਅਸੀਂ ਤੇ ਆਪਣੀ ਮਜ਼ਦੂਰੀ ਵੀ ਕਰ ਲਈ, ਫੈਕਟਰੀਆਂ 'ਚ ਵੀ ਕੰਮ ਕਰ ਲਿਆ, ਸਭ ਕੁਝ ਕਰ ਲਿਆ, ਜੀ ਮਾਰ ਕੇ ਅਸੀਂ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ। Yeah. ਪਰ ਜੇ ਅੱਜ ਤੁਸੀਂ ਮਿਹਨਤ ਕਰਨੀ ਚਾਹੁੰਦੇ ਹੋ ਤੇ ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ ਕਿ ਬੱਚਿਆਂ ਨੂੰ ਐਸੇ ਕੋਰਸਿਸ 'ਚ ਪਾਓ ਜਿਹੜੇ ਟੈਕਨੋਲੋਜੀ ਨਾਲ ਕਨੈਕਟਡ ਨੇ, ਭਾਵੇਂ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹਨੂੰ AI ਕਹੀਦਾ ਹੈ। Yeah. AI ਉਹ ਚੀਜ਼ ਹੁੰਦੀ ਹੈ ਜਿਹੜੀ ਕਿ ਗੱਲ ਕਰੋ ਤੇ ਆਪੇ ਪੂਰੀ ਕੋਈ ਨਾ ਕੋਈ ਰੋਬੋਟ ਆ ਕੇ ਕਰ ਜਾਂਦਾ ਹੈ। ਸੋ ਕੱਲ ਦੀ ਇੰਡਸਟਰੀ ਉਹ ਆ। ਸੋ ਇਸ ਵਜ੍ਹਾ ਕਰਕੇ ਮੈਂ ਜ਼ਰੂਰ ਰਿਕੁਐਸਟ ਕਰਾਂ ਆਪਣੇ ਬੱਚਿਆਂ ਨੂੰ ਉਧਰ ਮੋਟੀਵੇਟ ਕਰੀਏ, ਐਜੂਕੇਸ਼ਨ ਉਹ ਦਈਏ ਜਿਹੜੀ ਉਹਨਾਂ ਦੇ 5 ਸਾਲ 10 ਸਾਲ ਬਾਅਦ ਕੋਈ ਕਾਰਗਰ ਸਿੱਧ ਹੋਵੇ, ਨਾ ਕਿ ਐਸੀ ਦਈਏ ਕਿ ਜਿਹੜੇ ਵਿਚਾਰੇ ਜੇ ਮੈਂ ਰੁਲਦਾ ਪਿਆ ਤੇ ਕੱਲ ਨੂੰ ਉਹ ਵੀ ਰੁਲਦੇ ਰਹਿਣ, ਉਹਦਾ ਕੋਈ ਫਾਇਦਾ ਸਹੀ ਗੱਲ ਹੈ ਜੀ। ਅਖੀਰ ਦੇ ਵਿੱਚ ਤੁਸੀਂ ਆਪਣੀ ਇਨਫੋਰਮੇਸ਼ਨ ਦਿਓ ਜੀ, ਫਿਰ ਆਪਣਾ ਸਮਾਂ ਹੋ ਗਿਆ ਤੇ ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ? ਨਾ ਸਰ, ਮੈਂ ਇਹ ਕਹਿਣਾ ਚਾਹਾਂਗਾ ਬਿਜ਼ਨਸ ਸੋਲੂਸ਼ਨ ਐਂਡ ਕ੍ਰੈਡਿਟ ਕਾਉਂਸਲਿੰਗ ਸਰਵਿਸਿਜ਼ ਅਸੀਂ ਆਲਮੋਸਟ 26 ਸਾਲਾਂ ਤੋਂ ਇਹ ਸਰਵਿਸ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ। ਹੈਡ ਆਫਿਸ ਸਾਡਾ ਇੱਥੇ ਬਰੈਂਪਟਨ 'ਚ ਹੈਗਾ ਜਿੱਥੇ ਮੈਂ ਬੈਠਣਾ ਹੈ। ਇਸ ਤੋਂ ਇਲਾਵਾ ਸਾਡਾ ਇੱਕ ਆਫਿਸ BC 'ਚ ਹੈ, ਇੱਕ ਅਲਬਰਟਾ ਦੇ ਵਿੱਚ ਕੈਲਗਰੀ 'ਚ ਹੈ, ਐਡਮਿੰਟਨ 'ਚ ਹੈ, ਸਸਕੈਚੁਅਨ 'ਚ, ਵਿਨੀਪੈਗ 'ਚ, ਯਾਨੀ ਕਹਿਣ ਦਾ ਭਾਵ ਅਸੀਂ ਹਰ ਜਗ੍ਹਾ ਹੈਗੇ ਹਾਂ। ਔਰ ਸਾਡੀ ਕੰਪਨੀ ਜਿਹੜੀ ਹੈ ਤੁਹਾਡੇ ਸਿਰ ਤੇ ਚੜੇ ਹੋਏ ਕਰਜ਼ਿਆਂ ਨੂੰ ਮੈਕਸਿਮਮ ਲਿਮਿਟ ਤੱਕ ਮਾਫ ਕਰਾਉਂਦੇ ਹੋਏ, ਰਹਿੰਦੀ ਰਕਮ ਦੇ ਉੱਤੇ ਇੰਟਰਸਟ ਬੰਦ ਕਰਾ ਕੇ ਛੋਟੀਆਂ ਉਹ ਕਿਸ਼ਤਾਂ ਬਣਾ ਸਕਦੇ ਆ ਜਿਹੜੀ ਤੁਸੀਂ ਅਫੋਰਡ ਕਰ ਸਕਦੇ ਹੋ। ਔਰ ਇਹ ਤਮਾਮ ਕੰਮ ਕਰਦੇ ਹੋਏ ਤੁਹਾਡਾ ਕਾਰੋਬਾਰ, ਤੁਹਾਡਾ ਬਿਜ਼ਨਸ, ਤੁਹਾਡੀਆਂ ਗੱਡੀਆਂ ਸਾਰੀਆਂ ਦੀਆਂ ਸਾਰੀਆਂ ਰਹਿ ਸਕਣ, ਮਹਿਫੂਜ਼ ਰਹਿ ਸਕਣ। ਸੋ ਇਹ ਸਾਡਾ ਇੱਕ ਮੇਨ ਕਿੱਤਾ ਹੈ। ਔਰ ਸਭ ਤੋਂ ਇੰਪੋਰਟੈਂਟ ਗੱਲ, ਤੁਹਾਡੀ ਕੋਈ ਵੀ ਗੱਲਬਾਤ ਜਿਹੜੀ ਉਹ ਕੌਨਫੀਡੈਂਸ਼ੀਅਲ ਹੁੰਦੀ ਹੈ ਜੋ ਤੁਸੀਂ ਸਾਡੇ ਨਾਲ ਕਰਦੇ ਹੋ। ਔਰ ਸਾਡਾ ਜਿਹੜਾ ਪਹਿਲਾ ਸਲਾਹ ਮਸ਼ਵਰਾ ਹੈ ਉਹ ਬਿਲਕੁਲ ਫ੍ਰੀ ਹੁੰਦਾ, ਤੁਹਾਨੂੰ ਕੋਈ ਪੈਸਾ ਨਹੀਂ ਲੱਗਦਾ। ਭਾਵ ਕਹਿਣ ਦਾ ਇਹ, ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਪੁੱਤ ਜੇ ਕੋਈ ਸਲਾਹ ਕਰਨੀ ਹੋਵੇ ਤਾਂ ਕੰਧ ਨਾਲ ਵੀ ਕਰ ਲੈਣੀ ਚਾਹੀਦੀ ਹੈ। ਸੋ ਤੁਸੀਂ ਸਾਨੂੰ ਕੰਧ ਹੀ ਸਮਝੋ, ਅਸੀਂ ਲੈਣਾ ਤੇ ਕੁਝ ਨਹੀਂ ਤੁਹਾਡੇ ਕੋਲੋਂ, ਪਰ ਅਸੀਂ ਤੁਹਾਨੂੰ ਉਹ ਜਵਾਬ ਦੇ ਸਕਦੇ ਹਾਂ ਜਿਹੜੇ ਹੋ ਸਕਦਾ ਹੈ ਤੁਹਾਡੀ ਲਾਈਫ 'ਚ ਅੱਗੇ ਕੰਮ ਆ ਸਕਣ ਔਰ ਤੁਹਾਡੀ ਲਾਈਫ ਬਿਹਤਰ ਹੋ ਸਕੇ। ਬਾਕੀ ਇੱਕ ਯਾਦ ਰੱਖਣਾ, ਜਿਹੜਾ ਕਰਜ਼ਾ ਹੈ ਨਾ, ਇਹ ਸਭ ਤੋਂ ਵੱਡੀ ਬਿਮਾਰੀ ਹੈ। ਇਹ ਨਾ ਤੇ ਤੁਹਾਨੂੰ ਸੌਣ ਦਿੰਦਾ ਹੈ, ਨਾ ਤੁਹਾਨੂੰ ਚੈਨ ਲੈਣ ਦਿੰਦਾ, ਔਰ ਤੁਹਾਡੀ ਕੁਆਲਿਟੀ ਆਫ ਲਾਈਫ ਜਿਹੜੀ ਹੈ ਉਹ ਬੜੀ ਨੀਵੀਂ ਚਲੀ ਜਾਂਦੀ ਹੈ। ਘਰ 'ਚ ਕਲੇਸ਼ ਰਹਿੰਦਾ ਹੈ, ਲੜਾਈ ਝਗੜੇ ਹੁੰਦੇ ਹੈ। ਪਰ ਇਸ ਸਿਲਸਿਲੇ 'ਚ ਕਦੀ ਵੀ ਕੋਈ ਐਡਵਾਈਸ ਚਾਹੀਦੀ ਹੋਵੇ, ਹੇਠ ਦਿੱਤੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ, ਜਾਂ ਸਾਡਾ ਟੋਲ ਫ੍ਰੀ ਨੰਬਰ ਹੈ ਜਿਹੜਾ ਕੈਨੇਡਾ ਭਰ 'ਚ ਫ੍ਰੀ ਹੈ, which is 1866-790-8984, ਜਾਂ ਸਾਡਾ ਵੈਬਸਾਈਟ ਹੈ www.bscc.ca। ਤੁਸੀਂ ਉੱਤੇ ਲੌਗ ਆਨ ਕਰੋ। ਮੈਂ ਸਮਝਦਾ ਕਿ ਇੱਕ ਫੋਨ ਕਰਨ ਦੀ ਤੁਹਾਡੀ ਕੋਈ ਪੈਸੇ ਨਹੀਂ ਲੱਗਣੇ, ਪਰ ਇੱਕ ਫੋਨ ਕਾਲ ਤੁਹਾਨੂੰ ਸ਼ਾਇਦ ਬਹੁਤ ਦੂਰ ਤੱਕ ਤੁਹਾਡੀ ਮਦਦ ਅਸੀਂ ਕਰ ਸਕੀਏ। ਐਂਡ ਐਂਡ ਆਫ ਦ ਡੇ ਅਸੀਂ ਕੈਨੇਡਾ 'ਚ ਕਿਤੇ ਵੀ ਹੋ, ਅਸੀਂ ਵੀ ਆਰ ਜਸਟ ਅ ਫੋਨ ਕਾਲ। ਇੱਕ ਫੋਨ ਕਰਕੇ ਸ਼ਾਇਦ ਤੁਹਾਡੀ ਲਾਈਫ ਜਿਹੜੀ ਹੈ ਉਹ 'ਚ ਅਸੀਂ ਚੇਂਜ ਕਰ ਸਕੀਏ। ਅਸੀਂ ਸਾਹਿਬ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਮਿੱਟਲ। ਸਤਿ ਸ਼੍ਰੀ ਅਕਾਲ। ਥੈਂਕ ਯੂ।